परम सत्कारयोग सतगुरां दी साजी और नवाजी हुई साध संगत जीओ, आप माई भाई धनता दे योग हों जिन्हां नूं गुरु जी दे चरनां दे विच बैठ करके रब्बी गुरबाणी दे जाप ਸਰਵਣ ਕਰਨ ਦੇ ਸੁਭਾਗ ਸਮੇਂ ਪ੍ਰਾਪਤ ਹੋਏ। ਆਓ ਅਸੀਂ ਤੁਸੀਂ ਸਾਰੇ ਹੀ ਵੱਡੇ ਕਰਮਾਂ ਵਾਲੇ ਹਾਂ ਜਿਨ੍ਹਾਂ ਨੂੰ ਗੁਰੂ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇਂ ਪ੍ਰਾਪਤ ਹੋਏ। ਮਾਤਾ ਗੁਜਰ ਕੌਰ ਦੇ ਅੱਖੀਆਂ ਦੇ ਤਾਰੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪੁੱਤਰਾਂ ਦੇ ਦਾਨੀ ਨੀਲੇ ਦੇ ਸਾਹ ਸਵਾਰ ਆਨੰਦਪੁਰ ਦੇ ਵਾਸੀ ਪਟਨੇ ਦੇ ਮਾਹੀ ਦੋ ਜਹਾਨ ਦੇ ਬਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜੀਵਨ ਇਤਿਹਾਸ ਦੀਆਂ ਵਿਚਾਰਾਂ ਚੱਲਦੀਆਂ ਆ ਰਹੀਆਂ ਨੇ। ਜੋ ਕੱਲ ਵਿਚਾਰ ਛੱਡੀ ਸੀ, ਗੁਰੂ ਜੀ ਨੇ ਸੋਨਾ ਇਕੱਠਾ ਕਰਾਉਣਾ। ਇੱਕ ਦਿਨ ਸਿੱਖਾਂ ਨੇ ਸਲਾਹ ਕੀਤੀ ਕਿ ਸਤਿਗੁਰੂ ਜੀ ਦੇ ਬੈਠਣ ਵਾਸਤੇ ਇੱਕ ਸੋਨੇ ਦਾ ਮੰਦਰ ਬਣਨਾ ਚਾਹੀਦਾ ਹੈ। ਸਤਿਗੁਰੂ ਜੀ ਉਸ ਵਿੱਚ ਸ਼ਾਸਤਰ ਵਸਤਰ ਅਤੇ ਕਲੰਗੀ ਜਗ੍ਹਾ ਸਜਾ ਕੇ ਬੈਠਣ ਅਤੇ ਸਿੱਖ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੋਣ। ਜਦ ਸਿੱਖਾਂ ਦੀ ਇਹ ਸਲਾਹ ਦਾ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਨੇ ਸਭ ਸਿੱਖਾਂ ਨੂੰ ਹੁਕਮਨਾਮੇ ਲਿਖਵਾ ਦਿੱਤੇ ਕਿ ਆਪਣੀ ਦਸਵੰਧ ਭੇਟਾ ਦਾ ਸੋਨਾ ਖਰੀਦ ਕੇ ਲਿਆਓ। ਵੀ ਜਿੰਨਾ ਕੋਲ ਦਸਵੰਧ ਪਿਆ ਹੈ ਉਹ ਆਪਣਾ ਸੋਨਾ ਖਰੀਦ ਕੇ ਲੈ ਕੇ ਆਓ। ਤਾਂ ਗੁਰਮੁਖ ਪਿਆਰਿਓ, ਗੁਰੂ ਜੀ ਨੇ ਇੱਕ ਹੁਕਮਨਾਮਾ ਲਿਖਵਾ ਕੇ ਮਵੇੜੇ ਦੇ ਹੱਥ ਜਗਨਨਾਥ ਦੇ ਪ੍ਰਧਾਨ ਪਾਂਡੇ ਨੂੰ ਵੀ ਭੇਜ ਦਿੱਤਾ। ਹੁਕਮਨਾਮਾ ਸਾਹਿਬ ਦੇ ਕੇ ਜਗਨਨਾਥ ਦੇ ਪਾਂਡੇ ਬੜੇ ਹੈਰਾਨ ਹੋਏ ਕਿ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਾਣਦੇ ਨਹੀਂ ਕਿ ਉਹ ਕੌਣ ਹਨ। ਮਵੇੜੇ ਸਿੱਖ ਨੇ ਇਹ ਨੀਚਾ ਕਰਕੇ ਗੁਰੂ ਜੀ ਆਪਣਾ ਕਾਰਜ ਆਪ ਹੀ ਕਰਨਗੇ। ਰਾਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਧਰਮਸ਼ਾਲਾ ਵਿੱਚ ਜਾ ਕੇ ਟਿਕੇ। ਰਾਤ ਗੁਰੂ ਨਾਨਕ ਜੀ ਦੀ ਧਰਮਸ਼ਾਲਾ ਵਿੱਚ ਜਾ ਕੇ ਟਿਕੇ। ਰਾਤ ਨੂੰ ਜਗਨਨਾਥ ਦੇ ਰਾਜ ਨੂੰ ਸੁਪਨੇ ਵਿੱਚ ਜਗਨਨਾਥ ਨੇ ਕਿਹਾ। ਰਾਤ ਨੂੰ ਜਗਨਨਾਥ ਦੇ ਰਾਜੇ ਨੂੰ ਸੁਪਨੇ ਵਿੱਚ ਜਗਤਨਾਥ ਨੇ ਕਿਹਾ ਕਿ ਹੇ ਰਾਜਾ, ਹਿੰਦੂਆਂ ਦੀ ਲਾਜ ਰੱਖਣ ਵਾਸਤੇ ਅਤੇ ਹੋਰ ਅਨੇਕਾਂ ਕਰਮ ਕਮਾਉਣ ਸੁਧਾਰਨ ਵਾਸਤੇ ਪਰਮੇਸ਼ਰ ਨੇ ਗੁਰੂ ਦਾ ਰੂਪ ਧਾਰਨ ਕੀਤਾ ਹੈ। ਮੇਰੇ ਵੱਲੋਂ 1 ਤੋਲਾ ਸ਼ੁੱਧ ਸੋਨਾ ਗੁਰੂ ਮਹਾਰਾਜ ਜੀ ਨੂੰ ਉਹਨਾਂ ਦੇ ਮਵੇੜੇ ਹੱਥ ਭੇਜ ਦਿਓ। ਇਸ ਬਾਣੀ ਅਨੁਸਾਰ ਰਾਜੇ ਨੇ ਸਵੇਰੇ ਹੀ 100 ਤੋਲਾ ਸ਼ੁੱਧ ਕੰਚਨ ਮਵੇੜੇ ਨੂੰ ਦੇ ਦਿੱਤਾ। 100 ਤੋਲਾ ਉਹ ਸਮੇਂ ਤੇ ਦੇਖ ਲਓ, ਜੋ ਲੈ ਕੇ ਗੁਰੂ ਜੀ ਪਾਸ ਆਨੰਦਪੁਰ ਸਾਹਿਬ ਪਹੁੰਚ ਗਿਆ। 100 ਤੋਲਾ ਸੋਨਾ ਭੇਜਣ ਵਾਸਤੇ ਹੁਕਮਨਾਮੇ ਭੇਜੇ ਹਨ ਤਾਂ ਉਸ ਨੇ ਵੀ ਬੜੇ ਪ੍ਰੇਮ ਤੇ ਸਰਧਾ ਨਾਲ
100 ਤੋਲਾ ਸੋਨਾ ਗੁਰੂ ਜੀ ਨੂੰ ਭੇਜਿਆ ਅਤੇ ਬੇਨਤੀ ਲਿਖੀ ਕਿ ਮੈਂ ਮਨ ਤਨ ਕਰਕੇ ਗੁਰੂ ਘਰ ਦਾ ਸਿੱਖ ਹਾਂ, ਤੁਸੀਂ ਮੈਨੂੰ ਹੁਕਮਨਾਮਾ ਕਿਉਂ ਨਹੀਂ ਭੇਜਿਆ। ਸਤਿਗੁਰੂ ਜੀ ਨੇ ਸਾਈਂ ਦੌਲੇ ਸ਼ਾਹ ਦਾ ਸੋਨਾ ਲੈ ਕੇ ਅਤੇ ਬੇਨਤੀ ਪੱਤਰ ਪੜ੍ਹ ਕੇ ਬਹੁਤ ਪ੍ਰਸੰਨ ਹੋ ਕੇ ਬਚਨ ਕੀਤੇ। ਦੌਲਾ ਸ਼ਾਹ ਸੋ ਮੌਲਾ ਪਿਆਰੇ, ਦੌਲਾ ਸ਼ਾਹ ਸੋ ਮੌਲਾ ਪਿਆਰੇ, ਪਰਉਪਕਾਰ ਸਦਾ ਉਧਾਰੇ। ਇਸ ਤਰ੍ਹਾਂ ਬਹੁਤ ਸਾਰਾ ਸੋਨਾ ਗੁਰੂ ਜੀ ਦੇ ਖਜ਼ਾਨੇ ਵਿੱਚ ਇਕੱਠਾ ਹੋ ਗਿਆ। ਗੁਰੂ ਨਾਨਕ ਜੀ ਦਾ ਜਹਾਜ਼। ਇਸ ਤਰ੍ਹਾਂ ਸਰਦਾ ਤੇ ਏਕਤਾ ਦੇਖ ਕੇ ਸਿਆਣੇ ਸਿੱਖਾਂ ਨੇ ਅਨੁਭਵ ਕੀਤਾ ਕਿ ਸ੍ਰੀ ਗੁਰੂ ਹਰਿਰਾਏ ਜੀ ਨੇ ਜੋ ਇੱਕ ਵਾਰ ਬਚਨ ਕੀਤਾ ਸੀ ਕਿ ਗੁਰੂ ਨਾਨਕ ਜੀ ਦਾ ਜਹਾਜ਼ ਫੁੱਟ ਗਿਆ ਹੈ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਖਾਲਸਾ ਪੰਥ ਰਚ ਕੇ ਸਾਬਤ ਕਰ ਦਿੱਤਾ। ਅਰਥਾਤ ਜਿਹੜੇ ਗੁਰੂ ਨਾਲੋਂ ਈਰਖਾ ਦਵੈ ਕਰਕੇ ਟੁੱਟ ਗਏ ਸਨ, ਉਹ ਹੁਣ ਮੁੜ ਪੰਥ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਇੱਕ ਹੋ ਗਏ ਹਨ। ਆਖੋ ਸਤਿਨਾਮ। ਸਤ ਖਜ਼ਾਨਾ ਸਤਲੁਜ ਵਿੱਚ ਸਿਟਾਉਣਾ। ਸਤਿਗੁਰੂ ਜੀ ਨੇ ਦੇਖਿਆ ਖਜ਼ਾਨੇ ਵਿੱਚ ਬਹੁਤ ਧਨ ਜਮ੍ਹਾਂ ਹੋਇਆ ਦੇਖ ਕੇ ਸਿੰਘਾਂ ਦੇ ਮਨ ਜੰਗਾਂ ਦੀਆਂ ਵਿਚਾਰਾਂ ਨੂੰ ਛੱਡ ਕੇ ਮਾਇਆ ਦੀਆਂ ਗਿਣਤੀਆਂ ਵਿੱਚ ਪੈ ਗਏ ਹਨ। ਸਿੰਘਾਂ ਦੇ ਮਨਾਂ ਤੋਂ ਇਸ ਨੂੰ ਦੂਰ ਕਰਨ ਵਾਸਤੇ ਇੱਕ ਦਿਨ ਆਪ ਜੀ ਨੇ ਸੇਵਾਦਾਰਾਂ ਨੂੰ ਹੁਕਮ ਕੀਤਾ ਕਿ ਤੋਸੇ ਖਾਨੇ ਵਿੱਚੋਂ ਸਾਰਾ ਧਨ ਕੱਢ ਕੇ ਸਾਡੇ ਪਾਸ ਰੱਖ ਦਿਓ। ਸੇਵਾਦਾਰਾਂ ਨੇ ਆਗਿਆ ਦਾ ਪਾਲਣ ਕਰਕੇ ਆਪ ਜੀ ਦੇ ਪਾਸ ਇੱਕ ਪਾਸੇ ਸਭ ਕੀਮਤੀ ਜਰੀਆਂ, ਬਫਤੇ ਕੱਪੜੇ ਅਤੇ ਦੂਜੇ ਪਾਸੇ ਸੋਨੇ ਦਾ ਢੇਰ ਤੇ ਤੀਜੇ ਪਾਸੇ ਰੁਪਈਆ, ਨਗਦੀ, ਜਵੇਹਰ ਆਦਿਕ ਰੱਖ ਦਿੱਤੇ। ਸਭ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇਖ ਕੇ ਆਪ ਜੀ ਨੇ ਹੁਕਮ ਕੀਤਾ। ਹੁਕਮ ਕਰਕੇ ਕੱਪੜਿਆਂ ਨੂੰ ਅਤਰ ਫਰਲੇਲ ਨਾਲ ਗਿੱਲੇ ਕਰਕੇ ਅੱਗ ਨਾਲ ਸੜਵਾ ਦਿੱਤਾ। ਜਿਹੜੀਆਂ ਸੋਨੇ ਦੀ ਕਢਾਈ ਕੀਤੀ ਉਸੇ ਕੱਪੜਿਆਂ ਦੇ ਉੱਤੇ ਸੋਨੇ ਦੀਆਂ ਜਰੀਆਂ ਲੱਗੀਆਂ ਹੋਈਆਂ ਸਨ, ਉਹਨਾਂ ਨੂੰ ਅਗਨ ਭੇਟ ਕਰਵਾ ਦਿੱਤਾ। ਅਤੇ ਫਿਰ ਆਪ ਜੀ ਨੇ ਹੁਕਮ ਕੀਤਾ ਕਿ ਇਹ ਸੋਨਾ, ਚਾਂਦੀ, ਹੀਰੇ, ਜਵਾਹਰ, ਧਨ ਮਾਲ ਸਭ ਪੰਡਾ ਬੰਨ ਲਓ। ਸਭ ਹੀਰੇ, ਜਵਾਹਰ, ਸੋਨਾ, ਚਾਂਦੀ, ਇਹ ਸਭ ਮਹਾਰਾਜ ਜੀ ਕਹਿੰਦੇ ਦੀਆਂ ਪੰਡਾ ਬੰਨ ਦਿਓ। ਜਦ ਪੰਡਾ ਬੰਨ ਕੇ ਤਿਆਰ ਹੋ ਗਈਆਂ ਤਾਂ ਉਹਨਾਂ ਨੂੰ ਸੇਵਾਦਾਰਾਂ ਦੇ ਸਿਰ ਤੇ ਚੁਕਾ ਕੇ ਗੁਰੂ ਜੀ ਸਤਲੁਜ ਨਦੀ ਦੇ ਕਿਨਾਰੇ ਲੈ ਗਏ। ਉਪਰੰਤ ਨਦੀ ਵਿੱਚ ਡੂੰਘਾ ਟੋਆ ਪਟਵਾ ਕੇ ਇਹ ਸਾਰਾ ਸੋਨਾ, ਚਾਂਦੀ, ਹੀਰੇ, ਜਵਾਹਰ ਮਹਾਰਾਜ ਜੀ ਨੇ ਸਭ ਕੀਮਤੀ ਸ਼ਾਸਤਰ ਭਰ ਦਿੱਤੇ। ਇਹਨਾਂ ਚੀਜ਼ਾਂ ਵਿੱਚੋਂ ਇੱਕ ਸਿੰਘ ਨੇ ਧੁਨਕ ਦਾ ਇੱਕ ਕੀਮਤੀ ਚਿੱਲਾ ਲੁਕਾ ਕੇ ਰੱਖ ਲਿਆ। ਜਦ ਇਸ ਦੀ ਗੁਰੂ ਜੀ ਨੂੰ ਖਬਰ ਹੋਈ ਤਾਂ ਆਪ ਜੀ ਨੇ ਪੁੱਛਿਆ, ਸਿੰਘਾ ਇਹ ਚਿੱਲਾ ਕਿੱਥੋਂ ਲਿਆਇਆ ਹੈ?
ਸਿੱਖ ਨੇ ਹੱਥ ਜੋੜ ਕੇ ਕਿਹਾ, ਗੁਰੂ ਜੀ ਮੇਰਾ ਪੁਰਾਣਾ ਹੋ ਗਿਆ ਸੀ, ਇਸ ਕਰਕੇ ਮੈਂ ਤੁਹਾਡੇ ਧੁਨਖ ਨਾਲੋਂ ਲਾ ਕੇ ਰੱਖਿਆ ਹੈ। ਪੂਜਾ ਦਾ ਧਾਨ ਜ਼ਹਿਰ ਸਮਾਨ ਹੈ। ਸਿੱਖ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਇਹ ਪੂਜਾ ਦੇ ਧਾਨ ਵਿੱਚੋਂ ਬਣਿਆ ਹੈ, ਜੋ ਸਿੱਖਾਂ ਵਾਸਤੇ ਇਹ ਜ਼ਹਿਰ ਦੇ ਸਮਾਨ ਹੈ। ਇਹ ਧਨ ਜਪ ਤਪ ਸਭ ਨਾਸ ਕਰ ਦਿੰਦਾ ਹੈ। ਜਿਹੜਾ ਇਹੋ ਜਿਹਾ ਮਹਾਰਾਜ ਜੀ ਕਹਿੰਦੇ ਧਨ ਹੈ, ਇਹ ਸਭ ਜਪ ਤਪ ਬੰਦਗੀ ਦਾ ਨਾਸ ਕਰ ਦਿੰਦਾ ਹੈ ਅਤੇ ਲੋਕ ਪ੍ਰਲੋਕ ਵਿਗਾੜ ਦਿੰਦਾ ਹੈ। ਇਸ ਨੂੰ ਕਦਾ ਚਿੱਤ ਗ੍ਰਹਿਣ ਨਹੀਂ ਕਰਨਾ ਚਾਹੀਦਾ। ਸਿੱਖ ਨੇ ਆਪ ਜੀ ਦੇ ਇਹ ਬਚਨ ਸੁਣ ਕੇ ਚਿੱਲਾ ਦਰਿਆ ਵਿੱਚ ਸੁੱਟ ਦਿੱਤਾ ਅਤੇ ਆਪਣੀ ਭੁੱਲ ਦੀ ਮਾਫੀ ਮੰਗੀ। ਇਸ ਤਰ੍ਹਾਂ ਸਾਰਾ ਖਜ਼ਾਨਾ ਢੋ ਕੇ ਸਿੱਖਾਂ ਨੇ ਨਦੀ ਦੇ ਵਿੱਚ ਸੁੱਟ ਦਿੱਤਾ। ਰਾਜਾ ਭੀਮ ਚੰਦ ਨੇ ਖਜ਼ਾਨਾ ਲਭਾਉਣਾ। ਪੰਮੇ ਪ੍ਰੋਤ ਨੇ ਜਦ ਇਹ ਸਾਰੀ ਗੱਲ ਰਾਜਾ ਭੀਮ ਚੰਦ ਨੂੰ ਲਿਖ ਦਿੱਤੀ ਕਿ ਗੁਰੂ ਜੀ ਨੇ ਆਪਣਾ ਸਾਰਾ ਖਜ਼ਾਨਾ ਤੇ ਸ਼ਾਸਤਰ ਨਦੀ ਵਿੱਚ ਸੁਟਾ ਦਿੱਤੇ ਹਨ, ਤਾਂ ਭੀਮ ਚੰਦ ਨੇ ਆਪਣੇ ਮੰਤਰੀ ਨੂੰ ਬਹੁਤ ਸਾਰੇ ਆਦਮੀ ਦੇ ਕੇ ਰਾਤ ਸਮੇਂ ਭੇਜ ਦਿੱਤੇ ਕਿ ਨਦੀ ਵਿੱਚੋਂ ਖਜ਼ਾਨਾ ਸ਼ਾਸਤਰ ਕੱਢ ਕੇ ਲੈ ਆਓ। ਜਿਹੜੇ ਖਜ਼ਾਨੇ ਨੂੰ ਭੀਮ ਚੰਦ ਲੁੱਟਣ ਵਾਸਤੇ ਫਿਰਦਾ ਸੀ, ਜਿਨ੍ਹਾਂ ਨੇ ਇੰਨੀਆਂ ਜੰਗਾਂ ਕੀਤੀਆਂ, ਇੰਨਾ ਕੁਝ ਕੀਤਾ, ਇਹਨੂੰ ਪਤਾ ਲੱਗਿਆ, ਕਹਿੰਦਾ ਜਾਓ ਰਾਤ ਨੂੰ ਜਾਓ, ਸਭ ਖਜ਼ਾਨਾ ਨਦੀ ਵਿੱਚੋਂ ਕੱਢ ਕੇ ਲੈ ਆਓ। ਪਰ ਉਹਨਾਂ ਨੂੰ ਕੋਈ ਚੀਜ਼ ਨਾ ਲੱਭੀ ਤੇ ਸ਼ਰਮਿੰਦੇ ਹੋ ਕੇ ਖਾਲੀ ਹੱਥ ਕਹਿਲੂਰ ਵਾਪਸ ਆ ਗਏ। ਦੇਖੋ, ਦੱਬਿਆ ਨਦੀ ਦੇ ਵਿੱਚ ਸੀ ਤੇ ਜਦ ਉਹਨਾਂ ਨੇ ਥਾਂ ਤੇ ਪੁੱਟ ਕੇ ਵੇਖਿਆ ਤੇ ਉਹਨਾਂ ਨੂੰ ਖਜ਼ਾਨਾ ਲੱਭੇ ਹੀ ਨਹੀਂ। ਆਖੋ ਸਤਨਾਮ। ਜਦ ਸਵੇਰੇ ਜਦ ਇਸ ਗੱਲ ਦਾ ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਨੇ ਫਰਮਾਇਆ ਕਿ ਇਹ ਸਾਰਾ 9 ਕਰੋੜ ਦਾ ਖਜ਼ਾਨਾ ਤੇ ਕੀਮਤੀ ਵਸਤੂਆਂ ਅਸਾਂ ਸਤਲੁਜ ਪਾਸ ਅਮਾਨਤ ਰੱਖੀਆਂ ਨੇ। ਆਖੋ ਸਤਨਾਮ। 9 ਕਰੋੜ ਦਾ ਖਜ਼ਾਨਾ, ਉਸ ਸਮੇਂ ਦਾ 9 ਕਰੋੜ ਦੇਖ ਲਓ, ਅੱਜ ਦਾ ਲਾ ਲਓ ਹਿਸਾਬ ਕਿਤਾਬ ਵੀ ਕਿੰਨਾ ਕੁ ਹੋ ਸਕਦਾ ਹੈ। ਉਹ ਸਮਿਆਂ ਦਾ 9 ਕਰੋੜ ਦਾ ਖਜ਼ਾਨਾ ਤੇ ਕੀਮਤੀ ਵਸਤੂਆਂ ਅਸਾਂ ਮਹਾਰਾਜ ਜੀ ਕਹਿੰਦੇ ਸਤਲੁਜ ਪਾਸ ਅਮਾਨਤ ਰੱਖੀਆਂ ਨੇ। ਸਾਡੀ ਅਮਾਨਤਾ ਸਤਲੁਜ ਦੇ ਕੋਲ। ਜਦੋਂ ਸਾਡਾ ਪੰਥ ਖਾਲਸਾ ਪ੍ਰਿਥਵੀ ਦਾ ਰਾਜ ਕਰੇਗਾ, ਤਦੋਂ ਸਾਡਾ ਖਾਲਸਾ ਇੱਕ ਬਲਵਾਨ ਸਿੰਘ ਇਸ ਅਮਾਨਤ ਨੂੰ ਸਤਲੁਜ ਤੋਂ ਆਣ ਕੇ ਕੱਢੇਗਾ। ਇਸ ਤਰ੍ਹਾਂ ਗੁਰੂ ਜੀ ਨੇ ਪੂਜਾ ਦੇ ਧਾਨ ਨੂੰ ਜ਼ਹਿਰ ਕਰਕੇ ਦੱਸਿਆ ਤੇ ਮਾਇਆ ਦਾ ਤਿਆਗ ਨੀਚੇ ਕਰਵਾਇਆ। ਦੇਸਾਂ ਵਿਦੇਸਾਂ ਦੇ ਵਿਦਵਾਨ ਕਵੀ ਆਪਣੀ ਵਿਦਿਆ ਦੇ ਚਮਤਕਾਰ ਦੱਸਣ ਵਾਸਤੇ ਗੁਰੂ ਜੀ ਪਾਸ ਆਉਂਦੇ ਰਹਿੰਦੇ ਸਨ। ਜਦ ਗੁਰੂ ਜੀ ਉਹਨਾਂ ਨੂੰ ਜਥਾ ਜੋਗ ਸਮਾਨ ਦਿੰਦੇ, ਇੱਕ ਕਵੀ ਅੰਮ੍ਰਿਤ ਰਾਏ ਨੇ ਆਪ ਜੀ ਦੀ ਉਪਮਾ ਵਿੱਚ ਇਹ ਕਵਿਤਾ ਪੜ੍ਹੀ। ਜਾਹੀ ਔਰ ਜਾਹੂ ਅਤ ਆਦਰ ਤਹਾਂ ਤੇ ਪਾਉ, ਤੇਰੇ ਗੁਣ ਦਾਨ ਕੋ ਅਗਾਊ। ਗਨੇ ਸੂਰਜ ਹਰ ਤੀਰ ਮੁਕਤਾ, ਜੋ ਦੈਂਤ ਦਿਨ ਪ੍ਰਤਦਾਨ ਤਿਨੈ ਦੇਖ। ਤਾਂ ਗੁਰਮੁਖ ਪਿਆਰੇ ਨੇ ਲਿਖਿਆ, ਸ੍ਰੀ ਗੁਰੂ ਗੋਬਿੰਦ ਸਿੰਘ ਸੀਰ ਨਿਧ ਪਾਰ ਭਈ ਕੀਰਤ ਤਹਾਰੀ, ਤੁਮੇ ਕਹਿ ਕੈ ਸੰਦੇਸ਼ ਜੋ।
ਇਸ ਨੂੰ ਸੁਣ ਕੇ ਗੁਰੂ ਜੀ ਨੇ ਅੰਮ੍ਰਿਤ ਰਾਏ ਦਾ ਬਹੁਤ ਸਾਰਾ ਰੋਜ਼ਾਨਾ ਲਾ ਕੇ ਆਪਣੇ ਪਾਸ ਹੀ ਹਜ਼ੂਰੀ ਕਵੀ ਵਿੱਚ ਰੱਖ ਲਿਆ। ਅੰਮ੍ਰਿਤ ਰਾਏ ਨੇ ਮਹਾਭਾਰਤ ਦੇ ਸਭਾ ਪੁਰਬ ਦਾ ਹਿੰਦੀ ਵਿੱਚ ਉਲੱਥਾ ਕੀਤਾ। ਕਵੀ ਹੰਸ ਰਾਏ ਨੇ ਮਹਾਭਾਰਤ ਦੇ ਕਰਨ ਪੰਡਵ ਦਾ ਹਿੰਦੂ ਵਿੱਚ ਅਨੁਵਾਦ ਕੀਤਾ ਅਤੇ ਗੁਰੂ ਜੀ ਤੋਂ ਇਸ ਨੂੰ 60,000 ਰੁਪਏ ਇਨਾਮ ਮਿਲਿਆ। ਹੰਸ ਰਾਜ ਕਵੀ ਨੂੰ ਉਹ ਸਮਿਆਂ ਦੇ ਵਿੱਚ 60,000 ਰੁਪਈਆ ਇਨਾਮ ਮਿਲਿਆ। ਕੁਰਵੇਸ ਕਵੀ ਨੇ ਦਰੋਣਾ ਪੁਰਬ ਦਾ ਭਾਸ਼ਾ ਵਿੱਚ ਅਨੁਵਾਦ ਕੀਤਾ। ਇਸ ਤਰ੍ਹਾਂ ਹੀ ਕਵੀਆਂ ਨੇ ਗੁਰੂ ਜੀ ਨੂੰ ਗ੍ਰੰਥਾਂ ਦੇ ਉਲੱਥੇ ਤੋਂ ਕਵਿਤਾ ਲਿਖ ਕੇ ਸੁਣਾਈਆਂ। ਇੱਕ ਚੰਦਨ ਕਵੀ ਨੂੰ ਆਪਣੀ ਗੂਝ ਕਵਿਤਾ ਉੱਤੇ ਬਹੁਤ ਹੰਕਾਰ ਸੀ। ਉਸਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਾਜ਼ਰ ਹੋ ਕੇ ਆਖਿਆ ਕਿ ਤੁਹਾਡੇ ਪਾਸ ਵਿਦਵਾਨ ਕਵੀ ਰਹਿੰਦੇ ਹਨ, ਮੇਰੇ ਸਵਈਏ ਦੇ ਜੇ ਕਿਸੇ ਆਪਣੇ ਕਵੀ ਪਾਸੋਂ ਅਰਥ ਕਰਵਾ ਦਿਓ ਤਾਂ ਸਮਝਾਂਗਾ ਕਿ ਇਹ ਠੀਕ ਹੀ ਵਿਦਵਾਨ ਕਵੀ ਹਨ। ਉਸ ਦੀ ਇਹ ਗੱਲ ਸੁਣ ਕੇ ਜਦ ਗੁਰੂ ਜੀ ਨੇ ਉਸ ਨੂੰ ਸਵਈਆ ਪੜ੍ਹਨ ਵਾਸਤੇ ਆਖਿਆ ਤਾਂ ਉਸਨੇ ਸਵਈਆ ਪੜ੍ਹ ਕੇ ਸੁਣਾਇਆ। ਗੁਰੂ ਜੀ ਨੇ ਕਿਹਾ ਇਹਦੇ ਅਰਥ ਤਾਂ ਸਾਡੇ ਕਾਹੀ ਘੋੜਿਆਂ ਦੇ ਸੇਵਾਦਾਰ ਵੀ ਕਰ ਸਕਦੇ ਹਨ। ਮਹਾਰਾਜ ਜੀ ਕਹਿੰਦੇ ਇਹਦੇ ਅਰਥ ਤਾਂ ਜਿਹੜੇ ਨੇ ਸਾਡੇ ਜਿਹੜੇ ਘੋੜਿਆਂ ਦੇ ਘਾਹੀ ਨੇ, ਘੋੜਿਆਂ ਵਾਸਤੇ ਘਾਹ ਵੱਢ ਕੇ ਲੈ ਕੇ ਆਉਂਦੇ ਨੇ, ਇਹਦੇ ਅਰਥ ਤਾਂ ਉਹ ਵੀ ਕਰ ਸਕਦੇ ਨੇ। ਮਹਾਰਾਜ ਜੀ ਕਹਿੰਦੇ ਕਵੀਆਂ ਨੂੰ ਖੇਚਲ ਦੇਣ ਦੀ ਲੋੜ ਨਹੀਂ। ਇਹ ਗੱਲ ਆ ਕੇ ਗੁਰੂ ਜੀ ਨੇ ਭਾਈ ਧੰਨਾ ਸਿੰਘ ਘੋੜਿਆਂ ਦੇ ਸੇਵਾਦਾਰ ਨੂੰ ਸੱਦ ਕੇ ਆਖਿਆ ਕਿ ਇਸ ਸਵਈਏ ਦੇ ਕਵੀ ਜੀ ਨੂੰ ਅਰਥ ਕਰਕੇ ਸੁਣਾਓ। ਚੰਦਨ ਕਵੀ ਨੇ ਬੋਲਿਆ ਸਵਈਆ, ਕਹਿੰਦੇ ਨਭ ਸਾਤ ਤਿਆ ਨਭ ਸਾਤ ਕਿਆ, ਨਾਭ ਸਾਤ ਪਿਆ ਨਾਭ ਸਤ ਪਿਆਏ, ਨਾਭ ਸਤ ਰਚੇ ਨਾਭ ਸਤ ਬੱਚੇ, ਨਭ ਸਤ ਪਿਆ ਪਹਿਦਾਇਕ ਪਾਏ, ਜੀਤ ਕਲਾ ਨਭ ਸਤ ਕੀ, ਨਭ ਸਾਤਨ ਕੇ ਮੁਖ ਅੰਦਰ ਸਾਏ, ਮਾਨੋ ਮੇਘ ਕੇ ਮੰਡਲ ਮੈਂ ਕਵੀ ਚੰਦਨ ਚੰਦ ਕਲੇਬਰ ਸਾਏ। ਜਦ ਧੰਨਾ ਸਿੰਘ ਨੇ ਸਵਈਏ ਦੇ ਅਰਥ ਕਰਕੇ ਸੁਣਾਏ ਤਾਂ ਚੰਦਨ ਕਵੀ ਨੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਇਹ ਧੰਨਾ ਸਿੰਘ ਦੇ ਬਲ ਨਹੀਂ ਹੈ, ਇਹ ਧੰਨਾ ਸਿੰਘ ਦੇ ਬਲ ਨਹੀਂ ਹੈ, ਤੁਹਾਡੀ ਮਿਹਰ ਦਾ ਸਦਕਾ ਹੈ। ਧੰਨਾ ਸਿੰਘ ਨਹੀਂ ਸੀ ਸੁਣਾ ਸਕਦਾ, ਇਹ ਸਭ ਤੁਹਾਡੀ ਮਿਹਰ ਹੈ, ਮਿਹਰ ਦਾ ਸਦਕਾ ਹੈ। ਜਦ ਗੁਰੂ ਜੀ ਨੇ ਧੰਨਾ ਸਿੰਘ ਨੂੰ ਆਪਣੀ ਕਵਿਤਾ ਸੁਣਾਉਣ ਵਾਸਤੇ ਤੇ ਚੰਦਨ ਕਵੀ ਨੂੰ ਉਸ ਦੇ ਅਰਥ ਕਰਨ ਵਾਸਤੇ ਆਖਿਆ ਤਾਂ ਧੰਨਾ ਸਿੰਘ ਨੇ 2 ਸਵਈਏ ਪੜ੍ਹੇ। ਮਨ ਮੇਰੇ ਜਲ ਕੇ ਪਰਸੇ ਕਬੂ ਨਾ, ਮੇਰੇ ਪਰ ਪਾਵਕ ਪਾਏ, ਹਾਥੀ ਮੇਰੇ ਮਦ ਕੇ ਪਰਸੇ ਕਬੂ ਨਾ, ਮੇਰੇ ਤਨ ਤਾਪ ਕੇ ਆਏ, ਤੀਆ ਮੇਰੇ ਪ੍ਰਿਆ ਕੇ ਪਰਸੇ ਕਬੂ ਨਾ, ਮਰੇ ਪ੍ਰਦੇਸ਼ ਸਦਾਏ, ਗੁੜ ਮੈਂ ਬਾਤ ਕਹੀ, ਦਿਜਰਾਜ ਵਿਚਾਰ ਸਕੋ ਨਾ, ਬਿਨ ਚਿਤ ਲਾਏ। ਦੂਜਾ ਸਵਈਆ ਪੜਿਆ, ਕੌਲ ਮੇਰੇ ਰਵ ਕੇ ਪਰਸੇ ਕਬੂ ਨਾ, ਮੇਰੇ ਸੱਚ ਕੀ ਸਭ ਪਾਏ,
मित्र मेरे मित के मिलबे कबू ना। मेरे जब दूर सधाए सिंह मरे, जब मास मिले कबू ना। मरे जब हाथ न आए, गूढ़ में बात कही, दिजराज विचार सको ना बिन चित लाए। ये दो सवैये जदों धन्ना सिंह ने ਜਿਹੜਾ ਮਹਾਰਾਜ ਦਾ ਘਾਹੀ, ਘੋੜਿਆਂ ਦਾ ਘਾਹੀ ਸੀ, ਧੰਨਾ ਸਿੰਘ ਤੋਂ ਇਹ ਸਵਈਆ ਸੁਣ ਕੇ ਚੰਦਨ ਕਵੀ ਨੇ ਆਖਿਆ, ਗੁਰੂ ਜੀ ਜਿਹੜੇ ਤੁਹਾਡੇ ਚਰਨੀ ਲੱਗ ਗਏ ਹਨ ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਆਖੋ ਸਤਨਾਮ। ਜਿਹੜੇ ਤੁਹਾਡੇ ਚਰਨੀ ਲੱਗ ਗਏ ਨੇ ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਗੁਰੂ ਜੀ ਨੇ ਉਸ ਦੀ ਗੱਲ ਤੇ ਖੁਸ਼ ਹੋ ਕੇ ਚੰਦਨ ਕਵੀ ਨੂੰ ਵੀ ਆਪਣੀ ਕਵੀਆਂ ਵਿੱਚ ਰੱਖ ਲਿਆ। ਇਸ ਤਰ੍ਹਾਂ ਅਨੇਕਾਂ ਕਵੀ ਜਨ ਆਪ ਜੀ ਨੂੰ ਅਨੇਕਾਂ ਜੁਗਤੀਆਂ ਦੀਆਂ ਕਿਤਾਬਾਂ ਸੁਣਾ ਕੇ ਪ੍ਰਸੰਨ ਕਰਕੇ ਮਨ ਭਾਉਂਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਨਿਹਾਲ ਹੁੰਦੇ। ਗੁਰਬਾਣੀ ਦੀ ਮਹਿਮਾ, ਗੁਰਬਾਣੀ ਦੀ ਮਹਿਮਾ ਤੇ ਪ੍ਰੇਤ ਕੱਢਣਾ। ਗੁਰਬਾਣੀ ਦੀ ਮਹਿਮਾ ਪ੍ਰੇਤ ਕੱਢਣਾ। ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਭਾ ਵਿੱਚ ਬਚਨ ਕੀਤਾ ਕਿ ਸ੍ਰੀ ਸੁਖਮਨੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਲਯੁਗ ਦੇ ਜੀਵਨ ਦਾ ਉਧਾਰ ਕਰਨ ਵਾਸਤੇ ਲਿਖੀ ਹੈ ਅਤੇ ਇਹਦੇ ਨਾਲ ਹੀ ਜਪਜੀ ਸਾਹਿਬ ਦੀ ਮਹਿਮਾ ਬਹੁਤ ਹੈ। ਇਹਨਾਂ ਬਾਣੀਆਂ ਦੇ ਨਿਤ ਪਾਠ ਕਰਨ ਨਾਲ ਪੁਰਸ਼ ਦੇ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਹਨ ਅਤੇ ਅੰਤ ਨੂੰ ਸ਼ੁਭ ਗਤ ਪਾਉਂਦਾ ਹੈ। ਸਤਿਗੁਰੂ ਜੀ ਦੀ ਇਹ ਗੱਲ ਸੁਣ ਕੇ ਨੰਦ ਲਾਲ ਤੇ ਪੰਡਤ ਪਿੰਡੀ ਲਾਲ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜਪਜੀ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤਾ ਸੀ ਅਤੇ ਸ੍ਰੀ ਸੁਖਮਨੀ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਉਚਾਰਨ ਕੀਤਾ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਉਚਾਰਨ ਕੀਤਾ ਸੀ। ਕਿਰਪਾ ਕਰਕੇ ਇਹਨਾਂ ਬਾਣੀਆਂ ਦਾ ਮਹੱਤਮ ਦੱਸੋ, ਇਹਨਾਂ ਬਾਣੀਆਂ ਦਾ ਮਹੱਤਮ ਦੱਸੋ। ਇਤਨੇ ਨੂੰ ਭਾਈ ਨੰਦ ਸਿੰਘ ਜੀ ਨੇ ਆਣ ਕੇ ਆਖਿਆ, ਮਹਾਰਾਜ ਜੀ ਮੈਂ ਅੱਜ ਇੱਕ ਅਚਰਜ ਗੱਲ ਵੇਖੀ ਆ। ਮੈਂ ਇੱਕ ਅਚਰਜ ਗੱਲ ਦੇਖੀ ਆ। ਸਰਾਂ ਵਿੱਚ ਇੱਕ ਸਿੱਖ ਨੂੰ ਭੂਤ ਚਿੰਬੜਿਆ ਹੋਇਆ ਸੀ ਤੇ ਲੋਕ ਉਸ ਨੂੰ ਵੇਖਣ ਵਾਸਤੇ ਬਹੁਤ ਇਕੱਠੇ ਹੋਏ ਸਨ। ਸਤਿਗੁਰੂ ਜੀ ਨੇ ਭਾਈ ਨੰਦ ਸਿੰਘ ਨੂੰ ਉਹ ਸਿੱਖ ਨਿਤ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਵੇਗਾ। ਮਹਾਰਾਜ ਜੀ ਕਹਿੰਦੇ ਜਿਹਨੂੰ ਇਹ ਭੂਤ ਚਿੰਬੜਿਆ ਨਾ, ਉਹ ਸਿੱਖ ਰੋਜ਼ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਵੇਗਾ। ਜਿਹੜੇ ਪੁਰਸ਼ ਜਪਜੀ ਸਾਹਿਬ ਦਾ ਪਾਠ ਕਰਦੇ ਹਨ ਉਹਨਾਂ ਦੇ ਲਾਗੇ ਕੋਈ ਨਹੀਂ ਆ ਸਕਦਾ। ਜੇ ਕਿਸੇ ਨੂੰ ਭੂਤ ਚਿੰਬੜਿਆ ਵੀ ਹੋਵੇ ਤਾਂ ਆਪਣੇ ਮਨ ਸੁੱਧ ਕਰਕੇ ਜੇ ਕੋਈ ਸਿੱਖ ਜਪਜੀ ਸਾਹਿਬ ਦਾ ਅਤੇ 5 ਵਾਰ ਮੂਲ ਮੰਤਰ ਦਾ ਪਾਠ ਕਰਕੇ ਉਸ ਦੇ ਮੂੰਹ ਵਿੱਚ 5 ਵਾਰ ਪਾਣੀ ਦੇ ਛਿੱਟੇ ਮਾਰੇ ਤਾਂ ਭੂਤ ਪ੍ਰੇਤ ਨਿਕਲ ਜਾਵੇਗਾ ਅਤੇ ਪ੍ਰੇਤ ਦੀ
ਜੂਨੀ ਵੀ ਸੁੱਟ ਜਾਵੇਗੀ। ਤਦ ਭਾਈ ਨੰਦ ਸਿੰਘ ਨੇ ਉਸ ਸਿੱਖ ਦਾ ਇਸ ਤਰ੍ਹਾਂ ਜਪਜੀ ਸਾਹਿਬ ਦਾ ਪਾਠ ਕਰਕੇ ਭੂਤ ਕੱਢ ਕੇ ਉਸ ਨੂੰ ਗੁਰੂ ਜੀ ਦੀ ਸ਼ਰਨ ਵਿੱਚ ਲੈ ਆਂਦਾ। ਔਰ ਮਹਾਰਾਜ ਜੀ ਨੇ ਦੱਸਿਆ ਤੰਬਾਕੂ ਦੇ ਔਗਣ, ਜਿਹੜਾ ਤੰਬਾਕੂ ਆ ਨਾ, ਇਹਦੇ ਔਗਣ ਦੱਸੇ ਵੀ ਇਹਦੇ ਔਗਣ ਕੀ ਨੇ। ਦੂਜੇ ਦਿਨ ਗੁਰੂ ਜੀ ਜਦ ਫਿਰ ਸਭਾ ਵਿੱਚ ਬਿਰਾਜਮਾਨ ਹੋਏ ਤਾਂ ਗੁਰਮੁਖ ਪਿਆਰਿਓ, ਸਿੱਖਾਂ ਨੇ ਆਪ ਜੀ ਤੋਂ ਪੁੱਛਿਆ ਕਿ ਆਪ ਜੀ ਤੰਬਾਕੂ ਦੀ ਵਰਤੋਂ ਕਿਉਂ ਨਹੀਂ ਵਰਜਿਤ ਕਰਦੇ ਹੋ, ਤੰਬਾਕੂ ਦੀ ਵਰਤੋਂ ਕਿਉਂ ਰੋਕਦੇ ਹੋ। ਸਤਿਗੁਰੂ ਜੀ ਨੇ ਫਰਮਾਇਆ ਕਿ ਇਹੀ ਗੱਲ ਇੱਕ ਵਾਰ ਸ਼ਿਵ ਜੀ ਦੇ ਪੁੱਤਰ ਸਕੰਦ ਨੇ ਉਹਨਾਂ ਤੋਂ ਪੁੱਛੀ ਸੀ ਕਿ ਪਿਤਾ ਜੀ ਇਹ ਤੰਬਾਕੂ ਕਿਉਂ ਨਿੰਦਣਯੋਗ ਹੈ। ਜੋ ਉੱਤਰ ਸ਼ਿਵਾ ਨੇ ਸਕੰਦ ਨੂੰ ਦਿੱਤਾ ਸੀ ਉਹੀ ਅਸੀਂ ਤੁਹਾਨੂੰ ਸੁਣਾਉਂਦੇ ਹਾਂ। ਸ਼ਿਵ ਨੇ ਕਿਹਾ, ਪੁੱਤਰ ਧਿਆਨ ਨਾਲ ਸੁਣ, ਇਹ ਪੁਰਸ਼ ਦੇ ਮਨ ਤੇ ਤਨ ਦੋਹਾਂ ਨੂੰ ਭ੍ਰਿਸ਼ਟ ਕਰ ਦਿੰਦਾ। ਤੰਬਾਕੂ ਹੈ ਜਿਹੜਾ, ਇਹ ਮਨ ਨੂੰ ਵੀ ਤਨ ਨੂੰ ਵੀ ਇਹ ਭ੍ਰਿਸ਼ਟ ਕਰ ਦਿੰਦਾ ਹੈ। ਇਹਦਾ ਨਾਮ ਲੈਣ ਨਾਲ ਹੀ ਮਨ ਅਸ਼ੁੱਧ ਹੋ ਜਾਂਦਾ ਹੈ, ਭਾਵ ਕਿ ਮਨ ਮੈਲਾ ਹੋ ਜਾਂਦਾ। ਜਿਹਦੀ ਸੁੱਧੀ ਵੇਦ ਮੰਤਰ ਦੇ ਪਾਠ ਨਾਲ ਹੁੰਦੀ ਹੈ ਅਤੇ ਇਸ ਨੂੰ ਸੁਹਣ ਦੇ ਨਾਲ ਸਰੀਰ ਮੈਲਾ ਹੋ ਜਾਂਦਾ ਹੈ। ਜਿਹਦੀ ਸੁੱਧੀ ਗੰਗਾ ਜਲ ਦੇ ਨਾਲ ਨਹਾਤਿਆਂ ਹੁੰਦੀ ਹੈ। ਇਹਦੇ ਖਾਣ ਨਾਲ ਪੁਰਸ਼ ਦੇ ਸਾਰੇ ਜਪ ਤਪ ਕੀਤੇ ਹੋਏ ਨਾਸ ਹੋ ਜਾਂਦੇ ਨੇ। ਆਖੋ ਸਤਿਨਾਮ। ਅਤੇ ਇਸ ਨੂੰ ਪੀਣ ਨਾਲ ਪੁਰਖ ਦਾ ਮੰਤਰ ਭ੍ਰਿਸ਼ਟ ਹੋ ਜਾਂਦਾ ਹੈ। ਜੇ ਧਰਤੀ ਵਿੱਚ ਇਹ ਬੀਜਿਆ ਜਾਵੇ ਉਹ ਧਰਤੀ ਵੀ ਭ੍ਰਿਸ਼ਟ ਹੋ ਜਾਂਦੀ ਆ ਅਤੇ ਮੀਂਹ ਬਰਸਨ ਕਰਕੇ 1 ਸਾਲ ਪਿੱਛੋਂ ਸੁੱਧ ਹੁੰਦੀ ਹੈ। ਇਹ ਸਤਲੁਜ, ਤ੍ਰੇਤਾ ਤੇ ਦੁਆਪਰ ਤਿੰਨਾਂ ਯੁੱਗਾਂ ਵਿੱਚ ਹੀ ਨਹੀਂ ਸੀ। ਸਤਯੁਗ ਦੇ ਵਿੱਚ, ਤ੍ਰੇਤੇ ਅਤੇ ਦੁਆਪਰ ਤਿੰਨਾਂ ਯੁੱਗਾਂ ਦੇ ਵਿੱਚ ਨਹੀਂ ਸੀ। ਸਤਿਗੁਰੂ ਜੀ ਨੇ ਫਰਮਾਇਆ ਇਹਨਾਂ ਦਾ ਕਰਨਾ ਕਰਕੇ ਹੀ ਇਸ ਭ੍ਰਿਸ਼ਟ ਤੇ ਕਲੰਕੀ ਵਸਤੂ ਦੇ ਬਰਤਨ ਵਿਹਾਰ ਕਰਨ ਤੋਂ ਆਪਣੇ ਸਿੱਖਾਂ ਨੂੰ ਮਨਾ ਕਰ ਦਿੱਤਾ ਸੀ। ਗੁਰੂ ਜੀ ਦੇ ਘੋੜੇ ਨੂੰ ਤੰਬਾਕੂ ਤੋਂ ਘਿਰਨਾ। ਇੱਕ ਦਿਨ ਗੁਰੂ ਜੀ ਘੋੜੇ ਉੱਤੇ ਸਵਾਰ ਹੋ ਕੇ ਸ਼ਿਕਾਰ ਗਏ ਤਾਂ ਉਹਨਾਂ ਦਾ ਘੋੜਾ ਇੱਕ ਖੇਤ ਦੇ ਬੰਨੇ ਉੱਤੇ ਖੜ ਗਿਆ। ਆਪ ਜੀ ਨੇ ਉਸ ਦੀਆਂ ਵਾਂਗਾਂ ਖਿੱਚੀਆਂ, ਅੱਡੀਆਂ ਮਾਰੀਆਂ, ਪਰ ਘੋੜੇ ਨੇ ਪੈਰ ਅੱਗੇ ਨਾ ਰੱਖਿਆ। ਆਪ ਜੀ ਨੇ ਸੇਵਾਦਾਰਾਂ ਨੂੰ ਹੁਕਮ ਕੀਤਾ ਕਿ ਦੇਖੋ ਅੱਗੇ ਦੀ ਚੀਜ਼ ਕੀ ਚੀਜ਼ ਹੈ, ਅੱਗੇ ਕੀ ਚੀਜ਼ ਹੈ। ਸੇਵਾਦਾਰਾਂ ਨੇ ਦੇਖ ਕੇ ਕਿਹਾ ਕਿ ਅੱਗੇ ਖੇਤ ਵਿੱਚ ਤੰਬਾਕੂ ਉੱਗਿਆ ਹੋਇਆ ਹੈ। ਸਤਿਗੁਰੂ ਜੀ ਨੇ ਕਿਹਾ, ਦੇਖੋ ਸਾਡੇ ਘੋੜੇ ਨੇ ਇਸ ਦੀ ਬੂ ਤੋਂ ਇਸ ਭ੍ਰਿਸ਼ਟ ਵਸਤੂ ਦੀ ਪਛਾਣ ਕਰ ਲਈ ਹੈ, ਜਿਸ ਕਰਕੇ ਇਸ ਵਿੱਚ ਪੈਰ ਨਹੀਂ ਰੱਖਿਆ। ਇਸ ਵਾਰਤਾ ਤੋਂ ਸਹਿਜਧਾਰੀ ਸਿੱਖਾਂ ਨੇ ਇਹਦੇ ਤਿਆਗ ਕਰਨ ਦਾ ਪ੍ਰਣ ਕਰ ਲਿਆ ਅਤੇ ਬਹੁਤ ਸਾਰੇ ਸਿੰਘ ਅੰਮ੍ਰਿਤ ਛਕ ਕੇ ਸਿੰਘ ਸਜ ਗਏ। ਜਦੋਂ ਉਦੋਂ ਦੇਖਿਆ ਜਿਹੜੇ ਲੋਕ ਖਾਂਦੇ ਸਨ ਤੰਬਾਕੂ, ਉਹਨਾਂ ਨੇ ਦੇਖਿਆ, ਗੁਰੂ ਜੀ ਦੇ ਬਚਨ ਸੁਣੇ ਤਾਂ ਗੁਰਮੁਖ ਪਿਆਰਿਓ ਤੰਬਾਕੂ ਛੱਡ ਕੇ ਫਿਰ ਬਹੁਤ ਅੰਮ੍ਰਿਤਧਾਰੀ ਸਿੰਘ ਸਜ ਗਏ। ਕੇਸਾਂ ਦੀ ਮਹਾਨਤਾ, ਜਿਹੜੇ ਕੇਸ ਨੇ ਇਹਨਾਂ ਦੀ ਕੀ ਮਹਾਨਤਾ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੱਸਿਆ ਕੇਸਾਂ ਦੀ ਮਹਾਨਤਾ ਬਾਰੇ।
ਇੱਕ ਦਿਨ ਸਿੱਖਾਂ ਨੇ ਪ੍ਰਸ਼ਨ ਕੀਤਾ, ਸਤਿਗੁਰੂ ਜੀਓ, ਪੁਰਾਣਾ ਵਿੱਚ ਇਹ ਗੱਲ ਲਿਖੀ ਦੱਸੀ ਜਾਂਦੀ ਹੈ ਕਿ ਪਹਿਲੇ 3 ਯੁਗਾਂ ਵਿੱਚ ਸਾਰੇ ਲੋਕ ਕੇਸਧਾਰੀ ਹੁੰਦੇ ਸਨ। ਸਾਰੇ ਲੋਕ 3 ਯੁਗਾਂ ਦੇ ਵਿੱਚ ਕੇਸਧਾਰੀ ਹੁੰਦੇ ਸਨ, ਪਰ ਹੁਣ ਚਾਰੇ ਵਰਨ ਹੀ ਸਿਰ ਮੁਨਾ ਦਿਸ ਰਹੇ ਹਨ। ਇਹਦਾ ਕੀ ਕਾਰਨ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੋਲੇ, ਇਸ ਸੰਬੰਧ ਵਿੱਚ ਪੁਰਾਤਨ ਵਾਰਤਾ ਜੋ ਲਿਖੀ ਹੋਈ ਹੈ ਉਹ ਅਸੀਂ ਤੁਹਾਨੂੰ ਸੁਣਾਉਂਦੇ ਹਾਂ। ਪਾਂਡਵਾਂ ਦੇ ਬਹੁਤ ਚਿਰ ਪਿੱਛੋਂ ਇੱਕ ਰਾਜਾ ਨੰਦ ਹੋਇਆ ਹੈ। ਉਸ ਦੀ ਸੰਤਾਨ ਨੇ 1500 ਸਾਲ ਪ੍ਰਿਥਵੀ ਦਾ ਰਾਜ ਕੀਤਾ ਹੈ। ਜਿਨ੍ਹਾਂ ਸਾਰਿਆਂ ਦੀ ਸੰਗਿਆ ਨੰਦ ਹੀ ਰਹੀ। ਇਸ ਨੰਦ ਰਾਜੇ ਨੇ ਆਪਣੇ ਦੇਸ਼ ਵਿੱਚੋਂ ਸਾਰੇ ਰਾਜਿਆਂ ਦਾ ਰਾਜ ਖੋਹ ਕੇ ਉਹਨਾਂ ਦੇਸ਼ ਵਿੱਚੋਂ ਕੱਢ ਦਿੱਤਾ ਤੇ ਫਿਰ ਆਪ ਡਰਨ ਲੱਗਾ ਕਿ ਉਹ ਰਾਜੇ ਬ੍ਰਾਹਮਣਾਂ ਪਾਸੋਂ ਬਰਨੀ ਕਰਵਾ ਕੇ ਮੇਰਾ ਰਾਜ ਭਾਗ ਨਾਸ ਨਾ ਕਰ ਦੇਣ। ਇਹ ਆਪਣਾ ਡਰ ਉਸਨੇ ਆਪਣੇ ਸਾਰੇ ਮੰਤਰੀਆਂ ਤੇ ਸਿਆਣੇ ਆਦਮੀਆਂ ਨੂੰ ਦੱਸਿਆ। ਉਹਨਾਂ ਨੇ ਸਲਾਹ ਦਿੱਤੀ ਕਿ ਵਿਦਵਾਨ ਪੰਡਤਾਂ ਨੂੰ ਸੱਦ ਕੇ ਸਭ ਦੇ ਕੇਸ ਮਨਵਾ ਦਿਓ। ਫਿਰ ਉਹਨਾਂ ਦਾ ਕੀਤਾ ਹੋਇਆ ਬਰਨੀ ਆਦ ਕੋਈ ਵੀ ਮੰਤਰ ਸੁਧ ਨਹੀਂ ਹੋਵੇਗਾ। ਤਦ ਨੰਦ ਰਾਜੇ ਨੇ ਸਾਰੇ ਦੇਸ਼ ਵਿੱਚੋਂ ਬ੍ਰਾਹਮਣ ਸੱਦ ਕੇ ਸਭ ਦੇ ਜ਼ਬਰਦਸਤੀ ਸਿਰ ਮੂੰਹ ਮਨਾ ਦਿੱਤੇ। ਫਿਰ ਆਪਣੇ ਦਰਬਾਰੀ ਕਵੀਆਂ ਪਾਸੋਂ ਸਿਰ ਮੂੰਹ ਮੰਨਣ ਦੀ ਪ੍ਰਸ਼ੰਸਾ ਵਿੱਚ ਸ਼ਲੋਕ ਬਣਵਾ ਕੇ ਬਹੁਤ ਸਾਰੇ ਗ੍ਰੰਥਾਂ ਵਿੱਚ ਲਿਖਵਾ ਦਿੱਤੇ। ਜਦ ਸਾਰੇ ਬ੍ਰਾਹਮਣ ਸਿਰ ਮੁੰਨੇ ਗਏ ਤਾਂ ਉਹਨਾਂ ਨੇ ਇੱਕ ਸ਼ਲੋਕ ਪੜ੍ਹ ਕੇ ਲੋਕਾਂ ਨੂੰ ਸੁਣਾਏ ਅਤੇ ਇਸ ਕਰਮ ਨੂੰ ਧਰਮ ਦੱਸਿਆ, ਜਿਸ ਕਰਕੇ ਖੱਤਰੀ ਅਤੇ ਵੈਸ ਵੀ ਆਪਣਾ ਸਿਰ ਮੂੰਹ ਮਨਾ ਕੇ ਕੇਸਹੀਨ ਹੋ ਗਏ। ਔਰ ਇਸ ਤੋਂ ਪਿੱਛੋਂ ਇਹ ਕਰਮ ਧਰਮ ਦੀ ਇੱਕ ਰੀਤੀ ਬਣ ਗਈ ਅਤੇ ਆਮ ਖਾਸ ਵਿੱਚ ਪ੍ਰਚਲਿਤ ਹੋ ਗਈ ਸੀ। ਕੁਰਕਸ਼ੇਤਰ ਸੂਰਜ ਗ੍ਰਹਿਣ ਦਾ ਮੇਲਾ। ਕੁਝ ਸਿੱਖਾਂ ਮਾਤਾ ਜੀ ਤੇ ਮਹਿਲਾਂ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਨੇ ਸੂਰਜ ਗ੍ਰਹਿਣ ਦੇ ਪੁਰਬ ਉੱਤੇ ਥਾਨੇਸਰ ਪਹੁੰਚ ਕੇ ਸਰੋਵਰ ਦੀ ਦੱਖਣਾ ਦਿਸ਼ਾ ਵੱਲ ਡੇਰਾ ਕਰ ਲਿਆ। ਗ੍ਰਹਿਣ ਦਾ ਮੇਲਾ ਬਹੁਤ ਲੱਗਾ ਹੋਇਆ ਸੀ। ਕੁਰਕਸ਼ੇਤਰ ਦਾ ਮੇਲਾ ਜਿਹੜਾ ਇਹ ਬਹੁਤ ਵੱਡਾ ਸਰੋਵਰ ਆ ਕੁਰਕਸ਼ੇਤਰ। ਜੋਗੀਆਂ ਦਾ ਇੱਕ ਜਥਾ ਵੀ ਪਹੁੰਚ ਚੁੱਕਾ। ਉਹਨਾਂ ਦਾ ਮਹੰਤ ਜੋਗੀ ਮਦਨਨਾਥ ਸਤਿਗੁਰੂ ਜੀ ਨੂੰ ਬੜੇ ਪ੍ਰੇਮ ਤੇ ਸ਼ਰਧਾ ਨਾਲ ਮਿਲਿਆ। ਚਰਚਾ ਵਾਰਤਾ ਕਰਕੇ ਜੋਗੀ ਨੇ ਪੁੱਛਿਆ ਕਿ ਸਾਨੂੰ ਕੋਈ ਸੇਵਾ ਦੱਸੋ ਜਿਸ ਨੂੰ ਕਰਕੇ ਸਾਡਾ ਆਪ ਜੀ ਨੂੰ ਮਿਲਣਾ ਸਫਲ ਹੋ ਜਾਵੇ। ਸਤਿਗੁਰੂ ਜੀ ਨੇ ਕਿਹਾ, ਖਾਲਸਾ ਇਕੱਲਾ ਹੀ ਬਲੀ ਹੈ ਤੇ ਬੈਰੀਆਂ ਉੱਤੇ ਚੰਗੀ ਤਰ੍ਹਾਂ ਤੀਰ ਕਲੇਸਾ। ਜੋਗੀ ਨੇ ਕਿਹਾ ਜੀ ਮੈਨੂੰ ਤੀਰ ਚਲਾ ਕੇ ਦੱਸੋ। ਤਦ ਗੁਰੂ ਜੀ ਨੇ ਚਿੱਲਾ ਖਿੱਚ ਕੇ ਤੀਰ ਚਲਾਇਆ ਜੋ ਇੱਕ ਕੋਹ ਉੱਤੇ ਮੁਗਲ ਦੇ
किले दी चोटी उत्ते जाके लगा। एक कोह किले दी चोटी दे उत्ते जाके लगा। जोगी ने कहा, हुण मैनू प्रतीत आ गई कि धुनख विद्या विच तुहाडी कोई बराबरी नहीं कर सकता। जोगी कहता भी हुण मैनू पता लग गया और धुनख विद्या दे विच तुहाडी कोई बराबरी नहीं कर सकता। उस समयां दे विच कलगीधर पातशाह गुरु गोबिंद सिंह महाराज जी की बराबरी कोई नहीं सी कर सकता। तीर दी इन्ना जोर दी तीर सड़दे ते तीर सूकदा जांदा, कई कई कोहां दे उत्ते जाके तीर मार करदा सी महाराज जी दा। तुसी साडे बाल गुंदाई दे डेरे कटास सारी सिद्ध मंडली नूं आण के दर्शन देने। सतगुरु जी ने कहा, नाथ जी तरकां दा वाहिगुरू तुरकां दा नाश करके साडा खालसा राज काज संभाल के तुहाडे पास आवेगा। उपरंत मेला वेख के गुरु जी रात अटन साह दी अटारी विच जा बराजे। अटन साह दी अटारी दे विच जा बराजे। पंडित लोग उत्थे ही पुज गए अते बहुत सारा धन लैके चले गए। उन्हां विचों एक राम दित किंगरिया उत्थे ही बैठा रहा। उसने बख्शिश दा धन भी ना लिया। गुरु जी ने उसनों कहा, भाई तू भी जो लेना चाहता है मंगला। उसने कहा, महाराज मैनू मुक्ति दान बख्शना करो। सतगुरु जी ने खुश हो के उसनों एक घोड़ा, एक कटार, कुछ असरफियां दे के वर दिता कि तेरा घर सदा भरपूर रहेगा, तू सुख भोगेगा। उतों गुरु जी तलाब की खब्बी बाही आण बराजे। उत्थे आप जी ने 3 वधिया घोड़े खरीदे। मेले दियां बेअंत संगतां आप जी दे दर्शनां वास्ते दीवान विच आईयां। सब ने जथा सकती भेटा अर्पण करके अपनी कमाई सफली करके खुशियां प्राप्त कीतियां। तीसरे दिन आप जी वापस आनंदपुर साहिब नूं चले गए। कुरुक्षेत्र बहुत वड्डा सरोवर कुरुक्षेत्र दा। तुहाडे तो शायद किसी ने देखा हो ना देखे हो पता नहीं, पर मैं 3-4 बारी देख के आया। असीं जांदे रहे संगतां नूं भी लैके। जे उहनूं कह दईए ना भी भाई इहदे उपर दी गेड़ा कढणा, मैनूं तां नहीं लगदा भी उहदे विच दी आले दुआले उपर दी कोई परिक्रमा कर दू, गेड़ा कढ दूगा। बहुत वड्डा पुरातन सरोवर आ, पुराने समयां दा। बड़े उत्थे रिखी मुनी बड़े उत्थे बैठे हुंदे ने। वो पुरातन समयां दा गुरमुख प्यारिओ। नाल ही धन श्री गुरु गोबिंद सिंह महाराज जी का दरबार बनया होया। ये जदों असीं दिल्ली नूं यात्रा लैके जांदे सी सिर माजरे दी संगतां नूं, उदों फिर ये रास्ते दे विच पाया जांदा सी। कुरुक्षेत्र दा स्थान, गुरुद्वारे साहिब दे दर्शन। चलो किरपा हुई महाराज जी की, कदे जरूर तुहानूं समूह संगतां नूं दर्शन करवावांगे। बहुत वड्डा सरोवर आ, पुरातन समयां दा सरोवर। भी जे हो जाए गेड़ा लाना ना बुखार चढ़ जाता बंदे नूं देख के, भी एडा वड्डा सरोवर इत्थे गेड़ा किवें लगूगा। ऐ लगदा भी सवेर दा तुरिया होया बंदा जे गेड़ा देवे ना दोपहर हो जाऊगी। आखो सतनाम, एडा वड्डा सरोवर आ। आओ अगे इतिहास की कहता है। रास्ते विच पिंड आबल
ਖੇੜੀ ਦਾ ਇੱਕ ਮਾਈ ਨੇ ਆਪ ਜੀ ਨੂੰ ਪਛਾਣ ਕੇ ਚਰਨਾਂ ਤੇ ਮੱਥਾ ਟੇਕਿਆ। ਪਿੰਡ ਆਵਲ ਖੇੜੀ ਦੀ ਇੱਕ ਮਾਈ ਦਾ ਪ੍ਰੇਮ। ਰਸਤੇ ਵਿੱਚ ਪਿੰਡ ਆਵਲ ਖੇੜੀ ਦਾ ਇੱਕ ਮਾਈ ਨੇ ਆਪ ਜੀ ਨੂੰ ਪਛਾਣ ਕੇ ਚਰਨਾਂ ਉੱਤੇ ਮੱਥਾ ਟੇਕਿਆ ਅਤੇ ਘੋੜੇ ਦੀ ਬਾਂਗ ਫੜ ਆਪਣੇ ਘਰ ਲੈ ਗਈ। ਬੇਨਤੀ ਕਰਕੇ ਕਹਿਣ ਲੱਗੀ, ਮਹਾਰਾਜ ਜੀ, ਮੈਂ ਪ੍ਰਸਾਦ ਤਿਆਰ ਕਰਦੀ ਹਾਂ, ਤੁਸੀਂ ਸਕਣ ਦੀ ਕਿਰਪਾਲਤਾ ਕਰਨੀ। ਮਾਈ ਦੀ ਸਰਦਾ ਵੇਖ ਕੇ ਆਪ ਜੀ ਨੇ ਫਰਮਾਇਆ, ਮਾਈ, ਜੋ ਘਰ ਵਿੱਚ ਤਿਆਰ ਹੈ ਉਹੀ ਲੈ ਆ, ਦੇਰੀ ਨਾ ਕਰ। ਮਾਈ ਨੇ ਆਗਿਆ ਮੰਨ ਕੇ ਤਤ ਸਨਹੀ ਦੁੱਧ ਵਾਲੀ ਕੜਨੀ ਵਿੱਚ ਦੁੱਧ ਵਾਲੀ ਕੜਨੀ ਆਪ ਜੀ ਅੱਗੇ ਲਿਆ ਕੇ ਰੱਖ ਦਿੱਤੀ। ਪੱਖਾ ਝੱਲ ਕੇ ਦੁੱਧ ਨੂੰ ਠੰਡਾ ਕੀਤਾ ਤੇ ਮਿੱਠਾ ਪਾ ਕੇ ਗੁਰੂ ਜੀ ਨੇ ਕਟੋਰਾ ਭਰ ਕੇ ਛਕਾਇਆ। ਉਪਰੰਤ ਸਾਰੇ ਸਿੰਘਾਂ ਨੇ ਵੀ ਪ੍ਰਸੰਨ ਹੋ ਕੇ ਦੁੱਧ ਛਕਿਆ। ਗੁਰੂ ਜੀ ਨੇ ਮਾਈ ਨੂੰ ਖੁਸ਼ੀਆਂ ਬਖਸ਼ੀਆਂ ਅਤੇ ਘੋੜ ਸਵਾਰ ਹੋ ਕੇ ਅੱਗੇ ਚੱਲਦੇ ਚੱਲਦੇ ਚਮਕੌਰ ਨਗਰ ਪਾਸ ਡੇਰਾ ਆਣ ਕੀਤਾ। ਰਾਤ ਸਭ ਨੇ ਵਿਸ਼ਰਾਮ ਕੀਤਾ ਤੇ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਦੀਵਾਨ ਸਜਾਇਆ ਸੱਦੂ ਮੱਦੂ ਰਬਾਬੀਆਂ ਨੇ ਆਸ ਦੀ ਵਾਰ ਦਾ ਕੀਰਤਨ ਕੀਤਾ। ਜਿੱਥੇ ਕਿਤੇ ਆਪ ਜੀ ਆਉਣ ਦੀ ਖਬਰ ਪੁੱਜਦੀ ਤਾਂ ਦੁੱਧ, ਦਹੀਂ ਅਤੇ ਹੋਰ ਬਹੁਤ ਰਸਤ ਲੈ ਕੇ ਆਪ ਜੀ ਦੇ ਦਰਸ਼ਨਾਂ ਨੂੰ ਸੰਗਤਾਂ ਆਈਆਂ। ਦੂਸਰੇ ਦਿਨ ਕਾਬਲ, ਕੰਧਾਰ, ਪਸੌਰ ਆਦਿਕ ਨਗਰਾਂ ਤੋਂ ਸਿੱਖ ਇਕੱਠੇ ਹੋ ਕੇ ਆਪ ਜੀ ਦੇ ਦਰਸ਼ਨਾਂ ਨੂੰ ਤੁਰੇ ਆ ਰਹੇ ਸਨ। ਉਹ ਵੀ ਉੱਥੇ ਹੀ ਆ ਕੇ ਮਿਲੇ ਅਤੇ ਬੇਅੰਤ ਧਨ, ਹੋਰ ਸ਼ਾਸਤਰ ਵਸਤਰ ਆਦਿ ਆਪ ਜੀ ਦੇ ਅਰਪਣ ਕੀਤੇ। ਸੰਗਤਾਂ ਦੇ ਮੁਖੀ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀਓ, ਆਪ ਜੀ ਦੇ ਦਰਸ਼ਨ ਹੋਏ ਹਨ, ਸਾਡੇ ਧਨ ਭਾਗ, ਸਾਨੂੰ ਖੁਸ਼ੀਆਂ ਬਖਸ਼ੋ। ਗੁਰੂ ਜੀ ਨੇ ਕਿਹਾ, ਠਹਿਰੋ, ਤੁਹਾਨੂੰ ਧਨ ਦੇਵਾਂਗੇ, ਅਤੇ ਮਰਵਾਵਾਂਗੇ। ਸਿੱਖਾਂ ਨੇ ਕਿਹਾ, ਅਸੀਂ ਆਪ ਜੀ ਦੇ ਬਚਨ ਨੂੰ ਸਮਝ ਨਹੀਂ ਸਕੇ। ਤੁਸੀਂ ਬਚਨ ਕੀਤਾ ਵੀ ਠਹਿਰੋ, ਤੁਹਾਨੂੰ ਧਨ ਦੇਵਾਂਗੇ, ਮਾਇਆ ਦੇਵਾਂਗੇ ਅਤੇ ਮਰਵਾਵਾਂਗੇ। ਸਿੱਖਾਂ ਨੇ ਕਿਹਾ, ਅਸੀਂ ਆਪ ਜੀ ਦੇ ਬਚਨ ਨੂੰ ਸਮਝ ਨਹੀਂ ਸਕੇ, ਸਾਨੂੰ ਖੁਸ਼ੀਆਂ ਬਖਸ਼ੋ। ਸਤਿਗੁਰੂ ਜੀ ਨੇ ਫਰਮਾਇਆ, ਮਹਾਰਾਜ ਜੀ ਕਹਿੰਦੇ, ਗੰਗਾ ਪਾਪਾ ਦੂਰ ਹਿਤ ਕੀਆ, ਨਹਾਏ ਅਚੇਤ, ਗੁਰ ਵਿਚਾਰਾ ਕਿਆ ਕਰੇ ਫਸਿਆ ਏਤ। ਇਹਦੇ ਅਰਥ ਦੱਸੇ ਮਹਾਰਾਜ ਜੀ ਨੇ। ਇਹ ਸਿੱਖੋ, ਗੰਗਾ ਦਾ ਪਾਪ ਦੂਰ ਕਰਨ ਦਾ ਫਲ ਕੀ ਕਰੇਗਾ? ਜੇ ਕੋਈ ਇਸ਼ਨਾਨ ਕਰਨ ਤੋਂ ਹੀ ਗਾਫਲ ਰਹੇ, ਇਸ ਤਰ੍ਹਾਂ ਗੁਰੂ ਵਿਚਾਰਾ ਕੀ ਕਰੇਗਾ ਜੇ ਸਿੱਖ ਇਸ ਲੋਕ ਦੇ ਪਦਾਰਥਾਂ ਵਿੱਚ ਹੀ ਫਸੇ ਰਹੇ? ਮਹਾਰਾਜ ਜੀ ਕਹਿੰਦੇ, ਗੁਰੂ ਕੀ ਕਰੇਗਾ ਵਿਚਾਰਾ ਜੇ ਲੋਕ ਸੰਸਾਰ ਦੇ ਪਦਾਰਥਾਂ ਵਿੱਚ ਹੀ ਫਸੇ ਰਹੇ? ਸੋ ਭਾਈ, ਅਸੀਂ ਤਾਂ ਤੁਹਾਡੇ ਭਲੇ ਵਾਸਤੇ ਹੀ ਬਾਕ ਕਹੇ ਹਨ, ਪਰ ਤੁਸੀਂ ਸਮਝੇ ਨਹੀਂ। ਮਹਾਰਾਜ ਜੀ ਕਹਿੰਦੇ, ਠਹਿਰੋ, ਤੁਹਾਨੂੰ ਧਨ ਦੇਵਾਂਗੇ। ਭਾਵ ਸੀ ਕਿ ਮਨ ਨੂੰ ਠਹਿਰਾਓ, ਤੁਹਾਨੂੰ ਮੁਕਤੀ ਰੂਪੀ ਧਨ ਦੇਵਾਂਗੇ ਅਤੇ ਮਰਵਾਵਾਂਗੇ ਦਾ ਮਤਲਬ ਸੀ ਕਿ ਤੁਹਾਡੇ ਜਨਮ ਮਰਨ ਕੱਟ ਦਿਆਂਗੇ
ਪਰ ਅਜੇ ਤੁਸੀਂ ਘਰ ਦੇ ਧੰਦੇ ਕਰਨੇ ਹੀ ਚਾਹੁੰਦੇ ਹੋ। ਇਸ ਕਰਕੇ ਤੁਹਾਡੇ ਭੁਗਤਣ ਵਾਲੇ ਅਜੇ ਕਈ ਕਰਮ ਬਾਕੀ ਰਹਿੰਦੇ ਹਨ, ਜਿਨ੍ਹਾਂ ਨੂੰ ਭੋਗ ਕੇ ਹੀ ਤੁਸੀਂ ਸਾਡੇ ਬਚਨਾਂ ਦਾ ਵਰ ਪ੍ਰਾਪਤ ਕਰੋਗੇ। ਗੁਰੂ ਉਪਦੇਸ਼ ਨਾਲ ਆਪਣੇ ਮਨ ਨੂੰ ਜੋੜੋਗੇ ਅਤੇ ਹਰੀ ਕੀਰਤਨ ਸਰਵਣ ਕਰੋਗੇ। ਤੁਹਾਡੇ ਸਿਦਕਾ ਤੁਹਾਨੂੰ ਛੇਤੀ ਹੀ ਮੁਕਤੀ ਪ੍ਰਾਪਤ ਹੋਵੇਗੀ। ਆਓ ਅੱਗੇ ਪ੍ਰਸੰਗ ਆਵੇਗਾ। ਜਦ ਗੁਰੂ ਜੀ ਚਮਕੌਰ ਆਣ ਕੇ ਠਹਿਰੇ ਤਾਂ ਰਾਜਾ ਭੀਮ ਚੰਦ ਨੇ ਆਪਣੇ ਮੰਤਰੀਆਂ ਨਾਲ ਸਲਾਹ ਕੀਤੀ ਕਿ ਗੁਰੂ ਜੀ ਪਾਸ ਕੋਈ ਕਿਲਾ ਕੋਟ ਨਹੀਂ ਅਤੇ ਨਾ ਹੀ ਬਹੁਤੀ ਸੈਨਾ ਹੈ। ਇਸ ਵਾਸਤੇ ਹੁਣ ਇਹਨਾਂ ਨੂੰ ਕਾਬੂ ਕਰ ਲੈਣ ਦਾ ਬਹੁਤ ਵਧੀਆ ਚੰਗਾ ਸਮਾਂ ਹੈ, ਕਿਉਂਕਿ ਜਿਹੜਾ ਪੰਮਾ ਪ੍ਰੋਤ ਨਾਲ ਛੱਡਿਆ ਸੀ ਨਾ, ਉਹ ਲਿਖ ਕੇ ਨਾਲ ਦੀ ਨਾਲ ਦੱਸਦਾ ਰਹਿੰਦਾ ਸੀ। ਉਸ ਸਮੇਂ ਲਾਹੌਰ ਤੋਂ 2 ਸੈਨਾਪਤੀ ਫੌਜ ਲੈ ਕੇ ਦਿੱਲੀ ਨੂੰ ਜਾ ਰਹੇ ਸਨ। ਮੰਤਰੀਆਂ ਦੀ ਸਲਾਹ ਅਨੁਸਾਰ ਭੀਮ ਚੰਦ ਨੇ ਉਹਨਾਂ ਨੂੰ ਆਪਣੇ ਆਦਮੀ ਭੇਜ ਕੇ ਲੁਧਿਆਣੇ ਜਾ ਆਖਿਆ ਕਿ ਇਸ ਸਮੇਂ ਗੁਰੂ ਜੀ ਰੜੇ ਮੈਦਾਨ ਵਿੱਚ ਬੈਠੇ ਹਨ। ਜੋ ਤੁਸੀਂ ਉਹਨਾਂ ਉੱਤੇ ਹਮਲਾ ਕਰ ਦਿਓ ਤਾਂ ਤੁਹਾਡੀ ਫਤਿਹ ਯਕੀਨੀ ਹੈ। ਔਰ ਸੈਦਾ ਬੇਗ ਤੇ ਅਲਪ ਖਾਨ ਦੋਵੇਂ ਸੈਨਾਪਤੀ ਇਹਨਾਂ ਦੀ ਸਲਾਹ ਮੰਨ ਕੇ ਆਪਣੇ 10,000 ਫੌਜ ਨੂੰ ਲੈ ਕੇ ਲੁਧਿਆਣੇ ਤੋਂ ਚਮਕੌਰ ਸਾਹਿਬ ਨੂੰ ਆ ਗਏ। ਸੈਦਾ ਬੇਗ ਤੇ ਅਲਪ ਖਾਨ ਸਾਰੀ ਗੱਲ ਸੁਣ ਕੇ ਧਨ ਤੇ ਆਪਣੀ ਮਾਣ ਵਡਿਆਈ ਦਾ ਲਾਲਚ ਕਰਕੇ ਲੁਧਿਆਣੇ ਤੋਂ ਸਤਲੁਜ ਨਦੀ ਪਾਰ ਕਰਕੇ ਚਮਕੌਰ ਸਾਹਿਬ ਨੂੰ ਚੱਲ ਪਏ। ਇਸ ਚੜ੍ਹਾਈ ਦੀ ਖਬਰ ਜਦੋਂ ਗੁਰੂ ਜੀ ਨੂੰ ਵੀ ਚਮਕੌਰ ਪਹੁੰਚੀ ਤਾਂ ਆਪ ਜੀ ਨੇ ਰਣਜੀਤ ਨਗਾਰੇ ਉੱਤੇ ਦੋਹਰੀ ਚੋਟ ਲਗਵਾ ਕੇ ਆਪਣੇ ਯੋਧਿਆਂ ਨੂੰ ਤਿਆਰੀ ਦਾ ਹੁਕਮ ਦਿੱਤਾ। ਯੋਧਿਆਂ ਨੇ ਤਿਆਰੀ ਕਰਕੇ ਅੱਗੇ ਹੋ ਕੇ ਤੁਰਕਾਂ ਨੂੰ ਰੋਕ ਲਿਆ। ਆਓ ਬਾਕੀ ਕਰਾਂਗੇ ਵਿਚਾਰਾਂ ਭਾਈ ਕੱਲ੍ਹ ਨੂੰ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕਰੋ, ਗੁਰ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਕੋਲੋਂ ਇੱਕ ਨਹੀਂ ਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਸਤਿਗੁਰੂ ਸੰਗਤਾਂ ਬਖਸ਼ਣਹਾਰ ਹਨ। ਅੱਗੋਂ ਬਾਤ ਤੇ ਸਿਰ ਤੇ ਮੇਰਾ ਪ੍ਰਯਤ ਰੱਖ ਕੇ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਮੇਂ ਦੇ ਵਿੱਚੋਂ ਸਮਾਂ ਕੱਢ ਕਰਕੇ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲੀ ਬਣਾਉਣ ਦਾ ਯਤਨ ਕੀਤਾ। ਜੀ ਆਇਆਂ, ਧੰਨਵਾਦ। ਸਤਿਗੁਰੂ ਮਹਾਰਾਜ ਜੀਓ ਆਪ ਜੀਆਂ ਦਾ ਕੋਟਨ ਕੋਟ ਧੰਨਵਾਦ। ਆਓ ਹੁਣ ਆਪਾਂ ਸ਼ਲੋਕ ਦੇ ਵਿੱਚ ਬੋਲੀ ਅਰਦਾਸ ਹੁਕਮਨਾਮਾ ਸਾਹਿਬ ਕੜਾਹ ਪ੍ਰਸਾਦੀਆਂ ਦੇਗਾਂ ਲੈ ਕਰਕੇ ਫਿਰ ਆਪੋ ਆਪਣੇ ਕਾਰੋ ਵਿਹਾਰ ਕਰਨੇ ਆ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਓ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਨਾਲ ਜੁੜਿਆ ਕਰੋ, ਸੇਵਾ ਕਰਿਆ ਕਰੋ, ਸਿਮਰਨ ਕਰਿਆ ਕਰੋ। ਆਪਣੇ ਮਨੁੱਖਾ ਜਨਮ ਨੂੰ ਸਫਲਾ ਬਣਾਉਣ ਦਾ ਯਤਨ ਕਰਿਆ ਕਰੋ ਭਾਈ। ਗੁਰੂ ਦੇ ਨਾਲ ਚਰਨਾਂ ਦੇ ਨਾਲ ਜੁੜ ਕੇ ਮਹਾਰਾਜ ਜੀ ਤੋਂ ਗੁਰਦੁਆਰਾ ਸਾਹਿਬ ਗੁਰੂ ਦੇ ਚਰਨਾਂ 'ਚ ਆਉਣਾ। ਆਪਾਂ ਨੇ ਆਪਣੇ ਭਲੇ ਦੇ ਵਾਸਤੇ ਆਉਣਾ। ਜਿਹੜੇ ਆਪਣਾ ਭਲਾ ਚਾਹੁੰਦੇ ਨੇ, ਆਪਣੀ ਮੁਕਤੀ ਚਾਹੁੰਦੇ ਨੇ, ਆਪਣੇ ਪਰਿਵਾਰਾਂ ਨੂੰ ਸੁੱਖ ਦੇਣਾ ਚਾਹੁੰਦੇ ਨੇ, ਉਹ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜ਼ਰੂਰ ਜੁੜਿਆ ਕਰੋ। ਜਿਹੜੇ ਨਹੀਂ ਸੁੱਖ ਚਾਹੁੰਦੇ ਵੀ ਸਾਡਾ ਪਰਿਵਾਰ ਦੁਖੀ ਰਹੇ, ਸਾਨੂੰ ਸੁੱਖਾਂ ਦੀ ਲੋੜ ਨਹੀਂ, ਉਹ ਚਾਹੇ ਗੁਰਦੁਆਰਾ ਸਾਹਿਬ ਨਾ ਆਇਆ ਕਰੋ। ਪਰ ਜੋ ਚਾਹੁੰਦੇ ਵੀ ਸਾਡਾ ਪਰਿਵਾਰ, ਸਾਡੇ ਧੀਆਂ ਪੁੱਤਰ ਤਰੱਕੀਆਂ ਕਰਨ, ਦੁੱਖਾਂ ਕਲੇਸ਼ਾਂ ਤੋਂ ਛੁਟਕਾਰਾ ਹੋਵੇ, ਪਾਪਾਂ ਦਾ ਨਾਸ ਹੋਵੇ, ਬਾਣੀ ਭਜਨ ਦਾ ਪ੍ਰਕਾਸ਼ ਹੋਵੇ, ਉਹ ਫਿਰ ਜ਼ਰੂਰ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਕਰੋ।
ਤੁਸੀਂ ਇਤਿਹਾਸ ਸੁਣਦੇ ਹੋ ਕਿੰਨੇ ਕਿੰਨੀਆਂ ਸਤਿਗੁਰੂ ਜੀ ਬਖਸ਼ਿਸ਼ਾਂ ਸਿੱਖਾਂ ਦੇ ਉੱਤੇ ਕਰਦੇ ਨੇ, ਕਿੰਨੀਆਂ ਕਿੰਨੀਆਂ ਮਿਹਰਾਂ ਕਰਦੇ ਨੇ। ਕਰਦੇ ਉਦੋਂ ਨੂੰ ਜਦੋਂ ਅਸੀਂ ਗੁਰੂ ਦੇ ਚਰਨਾਂ 'ਚ ਆਵਾਂਗੇ ਚੱਲ ਕੇ। ਨਹੀਂ ਤਾਂ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੈਣ ਨਿੰਦਰਾਵਲੇ ਤਿੰਨਾਂ ਮਿਲਨ ਕਵਾਓ। ਜਿਨ੍ਹਾਂ ਦੇ ਅੱਖਾਂ ਦੇ ਵਿੱਚ ਅੰਮ੍ਰਿਤ ਵੇਲੇ ਉੱਠਦੇ ਨੇ, ਅੱਖਾਂ ਦੇ ਵਿੱਚ ਨੀਂਦ ਆ, ਤਿੰਨਾਂ ਮਿਲਨ ਕਵਾਓ। ਮਹਾਰਾਜ ਜੀ ਕਹਿੰਦੇ ਸੁੱਤਿਆਂ ਮਿਲੇ ਨਾ ਭਾਓ। ਜਿਹੜੇ ਸੁੱਤੇ ਨੇ ਨਾ, ਫਿਰ ਉਹਨਾਂ ਨੂੰ ਕੁਝ ਨਹੀਂ ਮਿਲਦਾ, ਉਹ ਖਾਲੀ ਰਹਿ ਜਾਂਦੇ ਨੇ, ਉਹਨਾਂ ਨੂੰ ਤਰੱਕੀ ਨਹੀਂ ਹੁੰਦੀ ਆ। ਅੰਮ੍ਰਿਤ ਵੇਲੇ ਉੱਠੋਗੇ, ਇਸ਼ਨਾਨ ਪਾਣੀ ਕਰੋਗੇ, ਜਪਜੀ ਸਾਹਿਬ ਦਾ ਪਾਠ ਕਰੋਗੇ, ਔਰ ਜੇ ਨਹੀਂ ਕਰਨਾ ਆਉਂਦਾ ਤਾਂ ਸੁਣੋਗੇ, ਬਾਣੀ ਸੁਣੋਗੇ, ਤਾਂ ਗੁਰਮੁਖ ਪਿਆਰਿਓ ਦਿਨ ਦੁੱਗਣੀਆਂ ਰਾਤ ਚੌਗਣੀਆਂ ਤਰੱਕੀਆਂ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਕੋ ਸਤਨਾਮ। ਮਾਫ ਕਰ ਦਿਓ ਜੇ ਉਹੀ ਉੱਠਾਂਗੇ ਆਪਾਂ, ਦਿਨ ਚੜੇ 8 ਵਜੇ ਉੱਠਾਂਗੇ, ਅਗਲਾ ਕਹਿੰਦਾ ਕੀ ਕਰਨਾ, ਆਪਣੇ ਕਿਹੜਾ ਡੰਗਰਾਂ ਨੂੰ ਕੱਖ ਪਾਣੇ ਨੇ, ਪੈ ਰਹੋ ਵੀ ਕੀ ਕਰਨਾ। ਕਰਨਾ ਤਾਂ ਭਾਈ ਨਾਮ ਦਾ ਸਿਮਰਨ ਕਰਨਾ, ਜੋ ਸਾਨੂੰ ਸਤਿਗੁਰੂ ਜੀ ਕਹਿ ਰਹੇ ਨੇ, ਵਾਰ-ਵਾਰ ਗੁਰਬਾਣੀ ਦੇ ਵਿੱਚ ਦੱਸਦੇ ਨੇ। ਭਾਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ, ਇਸ਼ਨਾਨ ਪਾਣੀ ਕਰਕੇ ਆਪਣਾ ਸਿਮਰਨ ਕਰੋ ਬੈਠ ਕੇ। ਕੀ ਕਹਿਣਗੇ ਬਾਬਾ ਜੀ ਕੀ ਕਰੀਏ, ਅਨਪੜ੍ਹਾਂ ਜੀ, ਪੜ੍ਹੇ ਨਹੀਂ ਹੋਏ। ਮਹਾਰਾਜ ਜੀ ਨੇ ਕਿਹਾ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਇੱਥੇ ਪੜ੍ਹੇ ਲਿਖੇ ਦੀ ਗੱਲ ਨਹੀਂ, ਭਗਤ ਧੰਨਾ ਕਿੰਨਾ ਕੁ ਪੜ੍ਹਿਆ ਹੋਇਆ ਸੀ। ਗੁਰੂ ਰਵਿਦਾਸ ਮਹਾਰਾਜ ਜੀ ਕਿੰਨੇ ਕੁ ਪੜ੍ਹੇ ਹੋਏ ਸੀ, ਭਗਤ ਹੋਏ ਨੇ ਕਿੰਨੇ ਕੁ ਪੜ੍ਹੇ ਹੋਏ ਸੀ। ਉਹ ਭਗਤਾਂ ਦੇ ਵਿੱਚ ਗੁਰੂਆਂ ਦੇ ਨਾਲ ਉਹਨਾਂ ਦਾ ਵੀ ਜ਼ਿਕਰ ਆਉਂਦਾ ਹੈ। ਆਖੋ ਸਤਨਾਮ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਬਰਾਬਰ ਨਾਲ ਬਿਠਾ ਲਿਆ, ਆਪਣੀ ਗੁਰਬਾਣੀ ਦੇ ਨਾਲ ਭਗਤਾਂ ਦੀ ਗੁਰਬਾਣੀ ਵੀ ਦਰਜ ਕਰ ਦਿੱਤੀ, ਕਿਉਂਕਿ ਉਹਨਾਂ ਦਾ ਉਸ ਸਮਿਆਂ ਵਿੱਚ ਆਦਰ ਸਤਿਕਾਰ। ਕਿਉਂ? ਕਿਉਂਕਿ ਉਹਨਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕੀਤਾ, ਬੰਦਗੀ ਕੀਤੀ, ਭਜਨ ਕੀਤਾ। ਇਸ ਕਰਕੇ ਭਾਈ ਸਾਰੇ ਹੀ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲੇ ਬਣਾਉਣ ਦਾ ਯਤਨ ਕਰਿਆ ਕਰੋ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਗੁਰੂ ਰਵਿਦਾਸ ਮਹਾਰਾਜ ਜੀ ਦਾ ਅਵਤਾਰ ਦਿਹਾੜਾ 3, 4, 5 ਦਾ ਆ ਰਿਹਾ ਹੈ। ਸੋ ਰਾਤ ਵੀ ਨੌਜਵਾਨ ਇਕੱਠੇ ਹੋ ਕੇ ਆਏ ਸੀ, 40-45 ਜਣੇ ਹੋਣਗੇ ਮੇਰੇ ਖਿਆਲ ਨਾਲ। ਕੋਈ ਕਹਿੰਦੇ ਜੀ ਧਰਮਸ਼ਾਲਾ ਦੇ ਵਿੱਚ ਕਰਾਉਣਾ ਪਾਠ, ਕੁਝ ਕਹਿੰਦੇ ਜੀ ਗੁਰਦੁਆਰਾ ਸਾਹਿਬ ਕਰਾਉਣਾ। ਹੁਣ ਮੇਰੇ ਲਈ ਤਾਂ ਜਿਹੜਾ ਦੇਖੋ ਪਹਿਲਾਂ ਚੱਲ ਕੇ ਆ ਗਏ, ਸਾਡੇ ਦਾ ਤਰੀਕ ਆ, ਜਿਹਨੇ ਬੁਕਿੰਗ ਕਰਾਤੀ ਅਸੀਂ ਤਾਂ ਉਹਨਾਂ ਦੀ ਤਰੀਕ ਲਿਖ ਲੈਣੀ ਆ। ਸਾਨੂੰ ਤਾਂ ਕਿਸੇ ਤੱਕ ਕੋਈ ਮਸਲਾ ਨਹੀਂ ਹੈ ਵੀ ਪਾਰਟੀ ਹੈ ਜਾਂ ਨਹੀਂ ਹੈ। ਮੈਂ ਤਾਂ ਸਾਰਿਆਂ ਨੂੰ ਕਿਹਾ, ਹੁਣ ਵੀ ਸਪੀਕਰ ਦੇ ਜ਼ਰੀਏ ਸਾਰਿਆਂ ਨੂੰ ਕਹਿਣਾ ਵੀ ਭਾਈ ਇਹਨਾਂ ਚੀਜ਼ਾਂ 'ਚ ਕੁਛ ਨਹੀਂ ਰੱਖਿਆ ਹੋਇਆ। ਇੱਕ ਹੋ ਕੇ, ਇੱਕਾ ਬਣਾ ਕੇ, ਜਿੱਥੇ ਵੀ ਤੁਹਾਡਾ ਜੀਅ ਕਰਦਾ ਉੱਥੇ ਭਾਵੇਂ ਧਰਮਸ਼ਾਲਾ 'ਚ ਕਰਾ ਲਓ, ਉੱਥੇ ਵੀ ਕੋਈ ਮਨਾਹੀ ਨਹੀਂ। ਗੁਰਦੁਆਰਾ ਸਾਹਿਬ ਕਰਾਵੋ, ਉੱਥੇ ਵੀ ਮਨਾਹੀ ਨਹੀਂ। ਪਰ ਹੁਣ ਵਿੱਚ ਵਿਚਾਰ ਕਰਨ ਲੱਗੇ ਸਾਰੇ, ਕਹਿੰਦੇ ਅੱਜ ਤਾਂ ਜੀ ਕਹਿੰਦੇ ਇਹ ਪਾਠ ਕਰਕੇ 10ਵੀਂ ਦਾ ਪਾਠ ਵੀ ਕੈਂਸਲ ਕਰਾਇਆ, ਵੀ ਸਾਡੇ ਸਿਰ ਇਹ ਬੜਾ ਪਾਪ ਹੋਊਗਾ ਜੇ ਅਸੀਂ ਗੁਰਦੁਆਰਾ ਸਾਹਿਬ ਪਾਠ ਨਾ ਕਰਵਾਇਆ। ਵੀ ਅਸੀਂ ਤੁਹਾਨੂੰ ਕਹਿ ਕੇ, ਕਮੇਟੀ ਵਾਲਿਆਂ ਨੂੰ ਕਹਿ ਕੇ 10ਵੀਂ ਦਾ ਪਾਠ ਵੀ ਕੈਂਸਲ ਕਰਾਇਆ, ਤੇ ਉਹ 10ਵੀਂ ਵਾਲੇ ਪਾਠ ਦਾ ਸਰਾਪ ਸਾਨੂੰ ਲੱਗੂਗਾ। ਇਸ ਕਰਕੇ ਵੀ ਗੁਰਦੁਆਰਾ ਸਾਹਿਬ ਹੀ ਕਰਾਉਣਾ। ਸੋ ਸਾਰਿਆਂ ਨੂੰ ਬੇਨਤੀ ਕਰਾਂਗਾ, ਇੱਕ ਵਾਰ ਇਸ ਵਾਰ ਕਿਰਪਾ ਕਰਕੇ ਸਾਰੇ ਆਪਾਂ, ਕਿਉਂਕਿ 10ਵੀਂ ਦਾ ਪਾਠ ਸਿੰਘਾਂ ਸ਼ਹੀਦਾਂ ਦੀ ਹੁੰਦੀ ਆ। ਦੇਖ ਲਓ ਫਿਰ ਜੇ ਸਿੰਘਾਂ ਸ਼ਹੀਦਾਂ ਦੀ ਨਾਰਾਜ਼ਗੀ ਹੋ ਗਈ ਨਾ, ਫਿਰ ਵੱਟਣਾ ਕੁਛ ਨਹੀਂ, ਬਣਨਾ ਕੁਛ ਨਹੀਂ। ਗੁਰਮੁਖ ਪਿਆਰਿਓ ਕੰਮ ਬੜਾ ਖਰਾਬ ਹੋ ਜਾਂਦਾ। ਇਸ ਕਰਕੇ ਬੇਨਤੀ ਕਰਾਂਗੇ ਵੀ ਸਾਰੇ ਰਲ ਮਿਲ ਕੇ ਏਕਤਾ ਦੇ ਨਾਲ, ਪ੍ਰੇਮ ਦੇ ਨਾਲ ਇੱਕ ਥਾਂ ਦੇ ਉੱਤੇ ਇਕੱਠੇ ਹੋ ਕੇ ਬਾਣੀ ਦਾ ਜਾਪ ਕਰਾਓ। ਗੁਰੂ ਰਵਿਦਾਸ ਮਹਾਰਾਜ ਜੀ ਨੇ ਏਕਤਾ ਦਾ ਉਪਦੇਸ਼ ਦਿੱਤਾ। ਅਸਲ ਵਿੱਚ ਨਾ ਸਾਨੂੰ ਗੁਰਬਾਣੀ, ਜਿਹੜੇ ਗੁਰੂ ਦੀ ਬਾਣੀ ਆ, ਭਗਤ ਰਵਿਦਾਸ ਦੀ ਗੁਰਬਾਣੀ ਆ, ਗੁਰੂਆਂ ਦੀ ਬਾਣੀ ਆ, ਸਾਨੂੰ ਉਹਨਾਂ ਬਾਰੇ ਗਿਆਨ ਹੀ ਨਹੀਂ ਹੈ। ਆਖੋ ਸਤਨਾਮ। ਜਿਸ ਦਿਨ ਗਿਆਨ ਹੋ ਗਿਆ ਨਾ, ਉਸ ਦਿਨ ਨਾ ਤਾਂ ਕੇਸ ਕਤਲ ਕਰਵਾਓਗੇ ਤੇ ਨਾ ਹੀ ਕਿਸੇ ਨਾਲ ਈਰਖਾ ਦਵੈਸ ਕਰੋਗੇ। ਇਹਨਾਂ ਈਰਖਾ ਦਵੈਸ ਨੂੰ ਕੱਢਣ ਵਾਸਤੇ ਹੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਦਿੱਤਾ। ਇਸ ਕਰਕੇ ਭਾਈ ਮੇਰੀ ਤਾਂ ਇਹੀ ਬੇਨਤੀ ਹੈ ਵੀ ਸਾਰੇ ਜਿੰਨੇ ਵੀ ਨੌਜਵਾਨ ਨੇ ਇਕੱਠੇ ਹੋ ਕੇ, ਕਿਉਂਕਿ ਕਈ ਕਹਿੰਦੇ ਨੇ ਵੀ, ਕਈ ਮੇਰੇ ਤੇ ਦੋਸ਼ ਲਾਉਂਦੇ ਨੇ, ਬਾਬੇ ਨੇ ਜੀ ਪਾਠ ਨਹੀਂ ਮੇਲੇ ਤਾਂ ਤਰੀਕ ਜਿਹੜਾ ਮਰਜ਼ੀ ਲਿਖਾ ਜਾਓ, ਪਤਾ ਲਿਖਣੀ ਆ। ਅਸੀਂ ਤਾਂ ਭਾਈ ਬਾਣੀ ਪੜ੍ਹਨੀ ਆ, ਪਾਠ ਕਰਨਾ। ਸਾਨੂੰ ਤਾਂ ਜਿਹੜਾ ਤਰੀਕ ਪਹਿਲਾਂ ਲਿਖਾ ਗਿਆ
ਲਿਖਾ ਗਿਆ। ਇਸੇ ਕਰਕੇ ਮੈਂ ਰਾਤ ਸਾਰਿਆਂ ਨੂੰ ਇਕੱਠੇ ਕੀਤਾ ਸੀ ਵੀ ਇੱਕ ਥਾਵੇਂ ਪ੍ਰੋਗਰਾਮ ਇਕੱਠੇ ਹੋ ਕੇ ਕਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਭਾਈ। ਇਹਨਾਂ ਵਿੱਚ ਹੀ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ, ਮਹਾਰਾਜ ਦੀ ਮਿਹਰ ਹੁੰਦੀ ਆ। ਸੋ ਆਓ ਇੰਨੀ ਕੁ ਬੇਨਤੀ ਕਰਿਓ ਪ੍ਰਵਾਨ, ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦਾਈ ਦਾਇਆ, ਖਿਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਬਾਚੈ ਧਰਮ ਹਦੂਰਾ, ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰਾ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।